ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਨਿਰਾਲੀ ਸ਼ਕਤੀ। ਇਹ ਨਿਰਾਲੀ ਸ਼ਕਤੀ ਹੈ ਪ੍ਰਾਰਥਨਾ। ਇਹਦਾ ਅਰਥ ਹੈ ਮੰਗਣਾ, ਜਾਚਨਾ ਕਰਨਾ। ਇਹ ਮਨੁੱਖ ਦੇ ਹਿਰਦੇ ਦੀ ਪੁਕਾਰ ਹੈ। ਮਨੁੱਖ ਜਦੋਂ ਕਿਸੇ ਭੰਵਰ ਵਿੱਚ, ਭੰਵਰ ਮੈਨੇ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ ਅਤੇ ਡੁੱਬਣ ਲੱਗਦਾ ਹੈ ਅਤੇ ਹੋਰ ਕੋਈ ਉਸ ਨੂੰ ਸਹਾਰਾ ਵੀ ਨਹੀਂ ਦਿਖਾਈ ਦਿੰਦਾ, ਤਾਂ ਉਸ ਸਮੇਂ ਭਗਵਾਨ ਦੇ ਅੱਗੇ ਰੋਂਦਾ ਹੈ, ਜਿਸ ਨੂੰ ਦੂਸਰੇ ਸ਼ਬਦਾਂ ਵਿੱਚ ਪ੍ਰਾਰਥਨਾ ਕਹਿੰਦੇ ਹਨ। ਅਰਦਾਸ ਕਹਿ ਦਿਓ, ਪ੍ਰਾਰਥਨਾ ਕਹਿ ਦਿਓ, ਬੇਨਤੀ ਕਹਿ ਦਿਓ। ਇਸ ਦੇ ਦੁਆਰਾ ਮਨੁੱਖ ਪ੍ਰਭੂ ਨੂੰ ਪੁਕਾਰਦਾ ਹੈ। ਇਹ ਮੰਨੇ ਕਿ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ। ਜਿਸ ਸਮੇਂ ਸਾਡੇ ਚਾਰੇ ਪਾਸੇ ਬਿਪਤਾ ਦੇ ਬੱਦਲ ਛਾ ਜਾਂਦੇ ਹਨ, ਅੰਧਕਾਰ ਛਾ ਜਾਂਦਾ ਹੈ, ਕੋਈ ਸਾਥੀ ਦਿਖਾਈ ਨਹੀਂ ਦਿੰਦਾ ਔਰ ਪਥ ਪ੍ਰਦਰਸ਼ਕ ਵੀ ਕੋਈ ਨਹੀਂ ਹੁੰਦਾ। ਪਥ ਪ੍ਰਦਰਸ਼ਕ ਮੈਨੇ ਰਸਤਾ ਦਿਖਾਉਣ ਵਾਲਾ। ਫਿਰ ਅਸੀਂ ਅਸਹਾਏ, ਮਤਲਬ ਕੋਈ ਸਹਾਇਤਾ ਵਾਲਾ ਨਹੀਂ ਹੋ ਕੇ ਭਗਵਾਨ ਦੇ ਵੱਲ ਮੁੜ ਕੇ ਪੁਕਾਰ ਉੱਠਦੇ ਹਾਂ ਕਿ ਹੇ ਭਗਵਾਨ ਰੱਖਿਆ ਕਰੋ, ਰਾਹ ਦਿਖਾਓ। ਉਸੀ ਨਾਲ ਸਾਡੇ ਹਿਰਦੇ ਦਾ ਸੰਯੋਗ ਹੁੰਦੇ ਹੀ ਉਸ ਦੀ ਸਾਰੀ ਸ਼ਕਤੀ ਸਾਡੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਪ੍ਰਗਟ ਹੋ ਜਾਂਦੀ ਹੈ। ਕਾਲੇ ਬੱਦਲ ਬਿਖਰ ਜਾਂਦੇ ਹਨ, ਖਿੰਡ ਜਾਂਦੇ ਹਨ। ਨਿਰਮਲ ਪ੍ਰਕਾਸ਼ ਛਾ ਜਾਂਦਾ ਹੈ, ਪਰ ਸਾਡੇ ਹਿਰਦੇ ਦਾ ਇਹ ਸੰਯੋਗ ਸਥਾਈ ਨਹੀਂ ਰਹਿੰਦਾ। ਇਸ ਤੋਂ ਬਾਅਦ ਸਾਡਾ ਜੀਵਨ ਪ੍ਰਾਰਥਨਾਮਈ ਨਹੀਂ ਬਣ ਜਾਂਦਾ। ਜਿਉਂ ਹੀ ਹਾਲਤ ਅਨੁਕੂਲ ਹੁੰਦੇ ਹਨ, ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਪ੍ਰਾਰਥਨਾ ਦਾ ਅਰਥ ਕੇਵਲ ਮੰਗਣਾ ਨਹੀਂ, ਪਰ ਇਸ ਦਾ ਅਰਥ ਹੈ ਪੁਰਸ਼ਾਰਥ ਕਰਦੇ ਹੋਏ। ਇਹ ਆਪਣਾ ਉਦਮ ਵੀ ਕਰਨਾ ਪੁਰਸ਼ਾਰਥ ਮੈਨੇ ਪਰਮਾਤਮਾ ਕੋਲੋਂ ਸਹਾਇਤਾ ਮੰਗਣਾ ਹੈ। ਪ੍ਰਾਰਥਨਾ ਅਤੇ ਕੰਮ ਦੋਨੋਂ ਇੱਕ ਸਮੇਂ ਹੋਣੇ ਚਾਹੀਦੇ ਹਨ। ਇੱਕ ਮਲਾਹ ਨੇ ਆਪਣੇ ਚੱਪੂਆਂ 'ਤੇ ਕੰਮ ਅਤੇ ਪ੍ਰਾਰਥਨਾ ਲਿਖ ਰੱਖਿਆ ਸੀ। ਉਹ ਕਿਹਾ ਕਰਦਾ ਸੀ ਕਿ ਮੈਂ ਇੱਕ ਹੱਥ ਵਿੱਚ ਪ੍ਰਾਰਥਨਾ ਦਾ ਅਤੇ ਇੱਕ ਹੱਥ ਵਿੱਚ ਕੰਮ ਦਾ ਚੱਪੂ ਲੈਂਦਾ ਹਾਂ, ਤਾਂ ਕਿਸ਼ਤੀ ਚੱਲਦੀ ਹੈ। ਸਿਰ ਪ੍ਰਾਰਥਨਾ ਵਾਲਾ ਕੰਮ ਨਹੀਂ ਚੱਲਦਾ। ਇਸ ਲਈ ਪ੍ਰਾਰਥਨਾ ਦੇ ਨਾਲ ਉਸ ਵਸਤੂ ਦੀ ਪ੍ਰਾਪਤੀ ਲਈ ਪੁਰਸ਼ਾਰਥ ਜ਼ਰੂਰ ਕਰੇ। ਤੁਹਾਨੂੰ ਉਸ ਕਾਰਜ ਵਿੱਚ ਜ਼ਰੂਰ ਸਫਲਤਾ ਮਿਲੇਗੀ। ਈਸ਼ਵਰ ਵਿੱਚ ਸ਼ਰਧਾ ਰੱਖ ਕੇ ਭਗਤੀ ਭਾਵ ਨਾਲ ਕੀਤੀ ਹੋਈ ਅਰਦਾਸ ਪ੍ਰਤੀ ਬਕਾਰ, ਰੋਗ ਅਤੇ ਕਸ਼ਟ ਦੀ ਅਚੂਕ ਔਸ਼ਧੀ ਹੈ। ਨਾ ਚੁੱਕਣ ਵਾਲੀ, ਭਾਵ ਪੂਰਾ ਉਤਰਨ ਵਾਲੀ ਦਵਾਈ ਹੈ। ਲੋਕ ਸ਼ਰਧਾ ਰੂਪੀ ਅਚੂਕ ਔਸ਼ਧੀ ਹੁੰਦੇ ਹੋਏ ਵੀ ਕਈ ਪ੍ਰਕਾਰ ਦੀਆਂ ਔਸ਼ਧੀਆਂ ਖਾਂਦੇ ਫਿਰਦੇ ਹਨ। ਸ਼੍ਰੀ ਫਿਲਮੌਰ ਦੀ ਪਤਨੀ ਅਤੇ ਬੱਚੇ ਸਾਰੇ ਤਪਦਕ ਦੇ ਰੋਗੀ ਸਨ। ਉਹ ਸਾਰੇ ਦ੍ਰਿੜ ਵਿਸ਼ਵਾਸ ਦੇ ਨਾਲ ਅਰਦਾਸ ਕਰਨ ਨਾਲ ਨਿਰੋਗ ਹੋ ਗਏ। ਇਸ ਲਈ ਆਪਣੀ ਇਸਤਰੀ ਦੇ ਕਹਿਣ 'ਤੇ ਫਿਲਮੌਰ ਸਾਹਿਬ ਨੇ ਅਮਰੀਕਾ ਵਿੱਚ ਇੱਕ ਯੂਨੀਵਰਸਿਟੀ ਸਕੂਲ ਆਫ ਕ੍ਰਿਸਚੈਨਿਟੀ ਨਾਮ ਦਾ ਸਕੂਲ ਸਥਾਪਿਤ ਕੀਤਾ, ਜਿੱਥੇ ਕੇਵਲ ਭਾਗਵਤ ਪ੍ਰਾਰਥਨਾ ਨਾਲ ਹੀ ਲੱਖਾਂ ਰੋਗੀ ਸਾਲ ਦੇ ਠੀਕ ਹੋ ਜਾਂਦੇ ਹਨ। ਪ੍ਰਭੂ 'ਤੇ ਵਿਸ਼ਵਾਸ ਹੋਣ ਨਾਲ ਰੋਗ ਨਹੀਂ ਸਤਾਉਂਦਾ, ਕਿਉਂਕਿ ਉਹ ਇਸ ਨੂੰ ਪ੍ਰਭੂ ਦੀ ਇੱਛਾ ਸਮਝ ਕੇ ਸੰਤੋਖ ਕਰ ਲੈਂਦੇ ਹਨ। ਈਸ਼ਵਰ ਦੇ ਦੁਆਰ ਤੋਂ ਕੋਈ ਜਾਚਕ ਅੱਜ ਤੱਕ ਖਾਲੀ ਨਹੀਂ ਗਿਆ, ਪਰ ਸ਼ਰਤ ਇਹ ਹੈ ਕਿ ਸੱਚਾ ਜਾਚਕ ਹੋਵੇ। ਇਹ ਨਹੀਂ ਕਿ ਢਿੱਡ ਵਿੱਚ ਹੋ ਰਿਹਾ ਅਤੇ ਮੂੰਹ 'ਚ ਹੋਰ ਗੱਲ ਹੈ। ਪਰਮਾਤਮਾ ਦੀ ਕਿਰਪਾ ਅਪਾਰ ਹੈ। ਉਸ ਨੂੰ ਪਾਪੀ ਨੂੰ ਪਵਿੱਤਰ ਕਰਨ ਵਿੱਚ ਦੇਰ ਨਹੀਂ ਲੱਗਦੀ। ਇਸ ਲਈ ਤਾਂ ਉਸ ਦਾ ਨਾਮ ਪਤਿਤ ਪਾਵਨ ਹੈ। ਪਰ ਸ਼ਰਤ ਇਹ ਹੈ ਕਿ ਮਨੁੱਖ ਸੱਚੇ ਭਾਵ ਨਾਲ
ਉਹ ਸਰਵ ਸ਼ਕਤੀਮਾਨ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦੇਵੇ, ਉਹਦੀ ਕਿਰਪਾ ਦਾ ਜਾਚਕ ਬਣੇ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਸ ਦੀ ਦਇਆ ਦੇ ਲਈ ਹਰ ਸਮੇਂ ਪ੍ਰਾਰਥਨਾ ਕਰਦਾ ਰਹੇ। ਇੱਕ ਦਿਨ ਉਸ ਦੀ ਦਇਆ ਦਾ ਸਿੰਧੂ ਜ਼ਰੂਰ ਛਲਕ ਉੱਠੇਗਾ, ਸਾਗਰ ਸਿੰਧੂ, ਅਤੇ ਜਾਚਨਾ ਦੀ ਆਸਾ ਰੂਪੀ ਝੋਲੀ ਮਨੋਰਥ ਰੂਪੀ ਮੋਤੀਆਂ ਨਾਲ ਭਰ ਦੇਵੇਗਾ। ਕਹਿੰਦੇ ਹਨ, ਇੱਕ ਨਜ਼ਰ ਤੇਰੇ ਕਰਮ ਦੀ ਡੁੱਬਿਆਂ ਨੂੰ ਉਤਾਰ ਦੀ। ਕਹਿੰਦੇ ਨਾ, ਜਿਹੜੇ ਦ੍ਰੋਪਦੀ ਦੇ ਸੰਕਟ ਆਇਆ, ਉਹ ਹੈ ਦੇਸ਼ ਦੀ ਦਰੋਣਾਚਾਰਜ ਕੁਲ ਦੇ ਵਿਦਿਆ, ਹਾਂਜੀ, ਇਹਨਾਂ ਸਾਰਿਆਂ ਦੇ ਹੈਗੇ ਵਿਦਿਆ ਦਿੰਦੇ, ਉਹ ਰੱਖਿਆ ਕਰਨਗੇ। ਉਹ ਵੀ ਦੁਰਯੋਧਨ ਤੋਂ ਡਰਦੇ ਨਹੀਂ ਬੋਲਿਆ। ਇਹ ਭੀਸ਼ ਪਿਤਾਮੇ ਵੱਲ ਦੇਖਦੀ ਰਹੀ, ਉੱਧਰੋਂ ਵੀ ਆਸ ਨਾ ਹੋਈ। ਫਿਰ ਪੰਜਾਂ ਪਾਂਡਵਾਂ ਵੱਲ, ਉਹ ਵੀ ਹੁਣ ਜੂਏ 'ਚ ਹਾਰੀ ਬੈਠੇ ਬੋਲੇ ਨੇ। ਫਿਰ ਅਖੀਰੀ ਹੋਇਆ ਵੇ, ਮੈਂ ਨੌਜਵਾਨ ਮੁਕਾਬਲਾ ਕਰੂੰਗੀ, ਉਹ ਵੀ ਸਫਲਤਾ ਨਾ ਹੋਈ। ਅਤੇ ਉੱਧਰ ਆਪਣੇ ਰੁਕਮਣੀ ਕਹਿੰਦੀ, ਮਹਾਰਾਜ ਤੁਹਾਡੇ ਭਗਤਣੀ ਦੇ ਉੱਤੇ ਬੜਾ ਸੰਕਟ ਆ। ਕਹਿੰਦੇ ਹੁਣ ਮੈਨੂੰ ਚੇਤੇ ਨਹੀਂ ਕੀਤਾ। ਅਤੇ ਜਿਲੇ ਦੇਖਿਆ ਇਹ ਸਾਰੇ ਸਹਾਰੇ ਮੁੱਕ ਗਏ। ਫਿਰ ਭਾਈ ਗੁਰਦਾਸ ਕਹਿੰਦੇ, ਅੱਖੀਂ ਮੀਟ ਕੇ ਅੰਤਰ ਹਾਹਾਕਾਰ ਕਰਦੀ ਹੈ। ਅੱਖੀਂ ਮੀਟ ਅੰਤਰ ਹਾਹਾ ਕ੍ਰਿਸ਼ਨ ਕਰੇ ਬਿਲਨ, ਹਰੇ ਕ੍ਰਿਸ਼ਨ ਰੱਖਿਆ ਕਰੋ। ਅਤੇ ਮਹਾਰਾਜ ਉਸੇ ਵੇਲੇ ਪ੍ਰਗਟ ਹੋ ਕੇ ਉਹਦੀ ਰੱਖਿਆ ਕੀਤੀ। ਇਹ ਜਿੰਨਾ ਚਿਰ ਹੋਰ ਭਰੋਸੇ ਧਾਰੀ ਫਿਰਦਾ, ਰੱਬ ਦਾ ਭਰੋਸਾ ਨਹੀਂ ਰੱਖਦਾ, ਉਹ ਤਾਂ ਕਹਿੰਦੇ ਸਹਾਰਾ ਨਹੀਂ ਮਿਲਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ। ਕਹਿੰਦੇ ਬਗਲਾ ਕੀ ਹੈ ਅਤੇ ਹੰਸ ਕੀ ਹੈ। ਜੇ ਮਾਰਨ ਪਾਵੇ ਜਿਹੜੇ ਬਗਲਿਆਂ ਨੂੰ, ਹਾਂਜੀ, ਮਾੜੇ ਕਰਮਾਂ 'ਚ ਲੱਗੇ ਆ, ਸਿੱਖਿਆ ਦੇ ਕੇ ਮਹਾਰਾਜ ਹੰਸ ਨੂੰ ਉੱਜੜ ਕਰ ਦਿੰਦੇ ਹਨ। ਹੰਸ ਤਾਂ ਬਗਲੇ ਦਾ ਕਹਿਣਾ ਹੀ ਕੀ ਹੈ। ਜੇਕਰ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਤਾਂ ਕਾਂ ਵੀ ਹੰਸ ਬਣ ਜਾਂਦਾ ਹੈ। ਪਾਪੀ ਤੋਂ ਪਾਪੀ ਵੀ ਧਰਮਾਤਮਾ ਬਣ ਜਾਂਦਾ ਹੈ। ਸੱਚੇ ਦਿਲ ਨਾਲ ਭਗਤੀ ਦਾ ਦਾਨ ਮੰਗਣ ਵਾਲੇ ਨੂੰ ਜ਼ਰੂਰ ਭਗਤੀ ਦਾ ਦਾਨ ਮਿਲਦਾ ਹੈ। ਉਹਦੇ ਦੁਆਰ ਤੋਂ ਅੱਜ ਤੱਕ ਕਿਸੇ ਨੂੰ ਨਿਰਾਸ਼ ਵਾਪਸ ਜਾਂਦੇ ਨਹੀਂ ਦੇਖਿਆ। ਕਹਿੰਦੇ ਹਨ, ਆਰਾਮ ਨਾਮ ਰੱਟਤੇ ਰਹੇ ਜਬ ਲੋ ਘਟ ਮੈਂ ਪ੍ਰਾਣ। ਆਰਾਮ ਨਾਮ ਰੱਟਦੇ ਰਹੋ, ਉਦੋਂ ਤੱਕ ਰੱਟਦੇ ਰਹੋ। ਕਵੀ ਤੋਂ ਦੀਨ ਦਿਆਲ ਕੇ ਟੁਨਕ ਪੜੇਗੀ ਖਾਣ। ਕਦੀ ਤਾਂ ਕਹਿੰਦਾ ਜਿਹੜਾ ਦੀਨਾਂ 'ਤੇ ਦਇਆ ਕਰਨ ਵਾਲਾ, ਉਹਦੇ ਕੰਨ 'ਚ ਆਵਾਜ਼ ਪਊਗੀ ਨਾ। ਜਦੋਂ ਅਸੀਂ ਸੱਚੇ ਦਿਲ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਾਂ, ਸਾਡੇ ਦਿਲ ਦੀ ਤਾਰ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ। ਇਹ ਤਾਂ ਪ੍ਰੇਮ ਵਾਲੀ ਐਸੀ ਪਤਾ ਕਿਸੇ ਪਿਆਰੇ ਨੂੰ, ਬਿਨ ਖੰਭਿਆਂ ਬਿਨ ਤਾਰਾਂ ਮਿਲਦੀ ਸ਼ਾਮ ਪਿਆਰੇ। ਨਾ ਖੰਭੇ ਆ ਨਾ ਤਾਰ ਆ, ਉਹਦੇ ਵੱਲੋਂ ਤਾਰ ਖੜਕ ਜਾਂਦੀ ਹੈ। ਸਰਮੱਦ ਸਾਹਿਬ ਕਹਿੰਦੇ ਹਨ, ਐ ਮੇਰੇ ਪਾਪੀ ਬੰਦੇ, ਅਗਰ ਤੂੰ ਹਜ਼ਾਰਾਂ ਵਾਰ ਵੀ ਪਾਪ ਕਰ ਚੁੱਕਾ ਹੈ, ਅਗਰ ਤੂੰ 1000 ਵਾਰ ਧਰਮ 'ਤੇ ਚੱਲਣ ਦੀ ਪ੍ਰਤਿਗਿਆ ਕਰਕੇ ਉਸ ਨੂੰ ਤੋੜ ਚੁੱਕਾ ਹੈ, ਫਿਰ ਵੀ ਮੈਂ ਤੈਨੂੰ ਕਹਿੰਦਾ ਹਾਂ ਕਿ ਤੂੰ ਆਪਣੇ ਪਾਪਾਂ ਤੋਂ ਬਾਜ਼ ਆ। ਮੇਰੀ ਦਇਆ ਦਾ ਦੁਆਰ ਤੇਰੇ ਲਈ ਬੰਦ ਨਹੀਂ ਹੋਇਆ। ਇਹ ਤਾਂ ਸਦਾ ਹੀ ਖੁੱਲ੍ਹਾ ਹੈ ਅਤੇ ਖੁੱਲ੍ਹਾ ਰਹਿੰਦਾ ਹੈ। ਸਤ ਮਾਰਗ 'ਤੇ ਆਉਣ ਵਾਲਿਆਂ ਲਈ ਇਹ ਪ੍ਰਭੂ ਪ੍ਰਕਾਸ਼ ਦਾ ਮੀਨਾਰ ਹੈ। ਅੰਗਰੇਜ਼ੀ ਵਿੱਚ ਕਹਿੰਦੇ ਹਨ, ਇਟ ਇਜ਼ ਨੈਵਰ ਟੂ ਲੇਟ ਟੂ ਮੈਂਡ, ਅਰਥਾਤ ਦਿਨ ਦਾ ਭੁੱਲਿਆ ਅਗਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਇਸ ਲਈ ਇਹ ਮਾਨਵ, ਅਜੇ ਕੁਝ ਨਹੀਂ ਵਿਗੜਿਆ, ਉਹ ਦਿਆਲੂ ਪ੍ਰਭੂ ਦੀ ਸ਼ਰਨ ਵਿੱਚ ਜਾ। ਸ਼੍ਰੀਮਦ ਭਾਗਵਤ ਗੀਤਾ ਵਿੱਚ ਵੀ ਭਗਵਾਨ ਜੀ ਨੇ ਕਿਹਾ ਹੈ ਕਿ ਪਾਪੀ ਤੋਂ ਪਾਪੀ ਵੀ ਅਗਰ ਮੇਰੀ ਸ਼ਰਨ ਵਿੱਚ ਆ ਜਾਵੇ ਤਾਂ ਉਸ ਨੂੰ ਮੁਕਤ ਕਰ ਦਿੰਦਾ ਹਾਂ, ਕਿਉਂਕਿ ਹੁਣ ਉਹ ਸਾਧੂ ਬਣ ਗਿਆ ਹੈ। ਕਹਿੰਦੇ ਹਨ, ਬਸ ਇਤਨਾ ਭਰੋਸਾ ਹੈ ਕਿ ਦਿਆਲੂ ਨਾਮ ਹੈ ਤੇਰਾ। ਗਲਤੀ ਕਿਸ ਕੋਲੋਂ ਨਹੀਂ ਹੁੰਦੀ, ਹਾਂਜੀ,
ਚਾਰੇ ਪਾਸੇ ਠਗਣੀ ਮਾਇਆ ਧੋਖੇ ਦਾ ਸੰਸਾਰ ਵਸਾਈ ਬੈਠੀ ਹੈ। ਪੈਰ ਪੈਰ ਤੇ ਠੋਕਰ, ਇਸ ਠਗਣੀ ਦਾ ਜਾਲ ਸਾਰੇ ਪਾਸੇ ਹੈ। ਹੜ੍ਹ ਵਾਲੀ ਨਦੀ ਦੇ ਸਮਾਨ ਹੈ। ਇਹ ਮਾਇਆ ਇੰਦਰੀਆਂ ਦੇ ਤਾਕਤੇ ਤੇ ਬੰਨੀ ਆਤਮਾ ਇਸ ਨਦੀ ਵਿੱਚ ਵਹਿੰਦੀ ਜਾ ਰਹੀ ਹੈ। ਫਿਰ ਵੀ ਕੋਈ ਬਿਰਲਾ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਜਿਸ ਦਾ ਅੰਚਲ ਨਾ ਭਿੱਜੇ। ਅੰਚਲ ਮੈਨੇ ਪੱਲਾ ਨਾ ਭਿੱਜੇ। ਕਹਿੰਦੇ ਹਨ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਅਪਰਾਧ ਹੋ ਗਿਆ ਤਾਂ ਕੋਈ ਗੱਲ ਨਹੀਂ, ਸੱਚੇ ਦਿਲ ਨਾਲ ਪਛਤਾਤਾਪ ਕਰੇ। ਪਰਨ ਗੁਰੂ ਕੇ ਅੱਗੇ ਤੋਂ ਇਹ ਪਾਪ ਨਹੀਂ ਕਰਾਂਗੇ। ਨਿਰਾਸ਼ ਨਾ ਹੋਵੋ, ਉਹ ਬਖਸ਼ਣਹਾਰ ਹੈ। ਪਰਮਾਤਮਾ ਕੋਲੋਂ ਮਾਫੀ ਦੀ ਭੀਖ ਨਹੀਂ ਮਿਲੇਗੀ ਤਾਂ ਹੋਰ ਕਿੱਥੋਂ ਮਿਲੇਗੀ। ਭਗਤਾਂ ਪੁਕਾਰ ਕੇ ਕਹਿੰਦੇ ਹਨ ਕਿ ਇਹ ਭਗਵਾਨ ਤੋਂ ਮੇਰੇ ਅਪਰਾਧਾਂ ਨੂੰ ਨਾ ਦੇਖ, ਮੇਰੇ ਹੰਝੂਆਂ ਨੂੰ ਦੇਖ। ਪ੍ਰਭੂ ਦੇ ਦੁਆਰੇ 'ਤੇ ਆ ਕੇ ਰੋਣ ਨਾਲ ਮਨ ਦੀ ਮੈਲ ਧੋਤੀ ਜਾਂਦੀ ਹੈ। ਪੁਕਾਰੋ ਉਸ ਨੂੰ। ਇਹ ਵਿਆਕੁਲਤਾ ਤੜਫਣਾ ਬਹੁਤ ਅਦਭੁਤ ਔਸ਼ਧੀ ਹੈ, ਬੜੀ ਅਚਰਜ ਹੈ। ਪਸ਼ਚਾਤ ਦੇ ਵਥਰੂ ਮਨ ਦੀ ਮੈਲ ਨੂੰ ਧੋ ਦਿੰਦੇ ਹਨ। ਉਹਦੇ ਦਰਬਾਰ ਵਿੱਚ ਗਿੜਗੜਾਓ ਜ਼ਰੂਰ ਸੁਣੇਗਾ। ਉਹ ਦਇਆ ਦੇ ਸਾਗਰ ਹਨ, ਦਇਆ ਜ਼ਰੂਰ ਕਰਨਗੇ। ਜੇ ਤੇਰੀ ਅੱਖ ਦੇ ਸਿੱਪ ਦਾ ਇੱਕ ਮੋਤੀ ਕਿਤੇ ਪ੍ਰਭੂ ਚਰਨਾਂ 'ਚ ਡੁੱਲ ਜਾਵੇ, ਉਹਦੀ ਦਇਆ ਦਾ ਕੁੱਲ ਸਾਗਰ ਤੇਰੇ ਇੱਕ ਕਤਰੇ 'ਤੇ ਤੁਲ ਜਾਵੇ। ਪਰ ਤੇਰੇ ਮਨ 'ਚ ਪ੍ਰੇਮ ਪੈਦਾ ਹੋਵੇ, ਪ੍ਰੇਮ ਦੇ ਅਥਰੂ ਵਗਣ ਉਹਦੇ ਲਈ, ਅਤੇ ਫਿਰ ਉਹ ਦਇਆ ਕਰਦਾ ਹੀ ਆ। ਹੁਣ ਪ੍ਰਾਰਥਨਾ ਦਾ ਸਰੂਪ ਦੱਸਦੇ ਆ। ਪ੍ਰਾਰਥਨਾ ਤਾਂ ਨਿਮਰਤਾ ਦੀ ਪੁਕਾਰ ਆ। ਪਰਮਾਤਮਾ ਨੂੰ ਪੱਤਰ ਲਿਖਣ ਲਈ ਨਾ ਕਾਗਜ਼, ਨਾ ਕਲਮ, ਨਾ ਸਿਆਹੀ ਦੀ ਅਤੇ ਨਾ ਸ਼ਬਦ ਦੀ ਜ਼ਰੂਰਤ ਹੈ। ਇਹ ਪੱਤਰ ਤਾਂ ਨਾਮ ਹੈ ਪ੍ਰਾਰਥਨਾ। ਪ੍ਰਾਰਥਨਾ ਦਾ ਦਿਲ ਤੋਂ ਹੁੰਦੀ ਹੈ, ਜੀਵ ਨਾਲ ਨਹੀਂ। ਇਸ ਲਈ ਗੁਰੂ ਵੀ ਪ੍ਰਾਰਥਨਾ ਕਰ ਸਕਦਾ ਹੈ, ਕਿਉਂਕਿ ਪ੍ਰਾਰਥਨਾ ਲਈ ਤਾਂ ਭਗਤੀ ਪੂਰਨ ਹਿਰਦੇ ਦੀ ਜ਼ਰੂਰਤ ਹੁੰਦੀ ਹੈ। ਪ੍ਰਾਰਥਨਾ ਉਹ ਹੀ ਜੋ ਦਿਲ ਤੋਂ ਨਿਕਲੀ ਹੋਵੇ, ਜੋ ਸੱਚੇ ਮਨ ਨਾਲ ਕੀਤੀ ਹੋਵੇ। ਇਸ ਲਈ ਤਾਂ ਵਿਸ਼ਵਾਸ ਨਾਲ ਭਰਿਆ ਦਿਲ ਚਾਹੀਦਾ ਹੈ। ਬਿਨਾਂ ਵਿਸ਼ਵਾਸ ਦੇ ਪ੍ਰਾਰਥਨਾ ਨਹੀਂ ਹੁੰਦੀ। ਭਗਵਾਨ ਦੀ ਸ਼ਕਤੀ ਅਤੇ ਉਹਦੀ ਦਇਆ ਵਿੱਚ ਵਿਸ਼ਵਾਸ ਹੋਵੇ। ਸੱਚੀ ਪ੍ਰਾਰਥਨਾ ਭਗਵਾਨ ਜ਼ਰੂਰ ਸੁਣਦੇ ਹਨ। ਇਸ ਲਈ ਭਗਵਾਨ ਨੂੰ ਕੋਈ ਪੁਕਾਰ ਕਰੇ ਤਾਂ ਕੇਵਲ ਚਮੜੀ ਦੀ ਜੀਭ ਨਾਲ ਹੀ ਨਾ ਕਰੇ, ਬਲਕਿ ਮਨ ਰੂਪੀ ਜੀਭ ਨਾਲ ਕਰੇ। ਅਰਥਾਤ ਭਗਵਾਨ ਵਿੱਚ ਅਨੰਨ ਵਿਸ਼ਵਾਸ ਪੂਰਾ ਪੱਕਾ ਦ੍ਰਿੜ ਅਤੇ ਸ਼ਰਧਾ ਤੋਂ ਬਿਨਾਂ ਪ੍ਰਾਰਥਨਾ ਹੁੰਦੀ ਹੀ ਨਹੀਂ। ਪਰ ਇਸ ਦੇ ਨਾਲ ਦੋ ਗੱਲਾਂ ਹੋਰ ਜ਼ਰੂਰੀ ਹੈ। ਇੱਕ ਆਰਤ ਭਾਵ ਜੋ ਭਗਵਾਨ ਦੇ ਹਿਰਦੇ ਨੂੰ ਮੂਮ ਕਰ ਦੇਵੇ ਪੂਰੇ ਦੁੱਖ ਵਿੱਚ, ਹਾਂਜੀ। ਅਤੇ ਭਗਵਾਨ ਦੀ ਕਿਰਪਾ ਵਿੱਚ ਇੰਨਾ ਵਿਸ਼ਵਾਸ ਕਰੇ, ਪ੍ਰਾਰਥਨਾ ਕਰਨ ਦੀ ਦੇਰ ਆ, ਉਹ ਕਿਰਪਾਲੂ ਮੈਨੂੰ ਆਪਣੇ ਸੁੱਖ ਭਰੀ ਗੋਦ ਵਿੱਚ ਲੈ ਹੀ ਲੈਣਗੇ। ਸੱਚੀ ਮਨ ਦੀ ਪ੍ਰਾਰਥਨਾ ਦਾ ਸ਼ਰਧਾ, ਸ਼ਰਨਾਗਤੀ ਦੇ ਆਤਮ ਸਮਰਪਣ ਦਾ ਹੀ ਦੂਸਰਾ ਰੂਪ ਹੈ। ਸ਼ਬਦਾਂ ਨੂੰ ਤੋਤੇ ਵਾਂਗੂ ਦੁਹਰਾਉਣ ਦਾ ਨਾਮ ਪ੍ਰਾਰਥਨਾ ਨਹੀਂ। ਪ੍ਰਾਰਥਨਾ ਤਾਂ ਆਤਮਾ ਵਿਸ਼ਵ ਨਾਲ ਭਰਪੂਰ ਹੋਵੇ। ਹੁਣ ਅੱਜ ਕੱਲ੍ਹ ਹੁੰਦਾ ਨਾ, ਜੇ ਤਾਂ ਕੋਈ ਅਮੀਰ ਬੰਦਾ ਇਹ ਤਾਂ ਐਨ ਬਹੁਤ ਬਣਾ ਵਾਰ ਕੇ ਕਰਨਗੇ, ਜੇ ਇਹੋ ਜਿਹਾ ਹੋਇਆ ਫਟਾਫਟ ਕਰ ਦੇਣੇ। ਪਰ ਇਹ ਕਹਿੰਦੇ ਆ ਅੰਦਰੋਂ ਸ਼ਰਧਾ ਦੀ ਗੱਲ ਹੈ। ਪ੍ਰਾਰਥਨਾ ਦਾ ਆਤਮਾ ਵਿਸ਼ਵਾਸ ਨਾਲ ਭਰਪੂਰ ਹੋਵੇ, ਆਸ਼ਾਵਾਦੀ ਹੋਵੇ, ਸ਼ਰਧਾ ਵਿਸ਼ਵਾਸ ਪੂਰਨ ਹੋਵੇ ਅਤੇ ਇਕਾਗਰ ਮਨ ਨਾਲ ਕੀਤੀ ਗਈ ਹੋਵੇ। ਵਾਸਤਵ ਵਿੱਚ ਦ੍ਰਿੜ ਵਿਸ਼ਵਾਸ ਅਤੇ ਮਨ ਦੀ ਇਕਾਗਰਤਾ, ਉਹ ਦੋ ਹੀ ਗੱਲਾਂ ਜ਼ਰੂਰੀ। ਸੱਚੀ ਪ੍ਰਾਰਥਨਾ ਚਾਹੇ ਜਿਸ ਭਾਸ਼ਾ 'ਚ ਹੋਵੇ, ਚਾਹੇ ਜਿਹੜੇ ਸ਼ਬਦਾਂ 'ਚ ਹੋਵੇ, ਉਹ ਭਗਵਾਨ ਨੂੰ ਸਦਾ ਸਵੀਕਾਰ ਹੈ, ਮਨਜ਼ੂਰ ਹੈ। ਕੇਵਲ ਸ਼ਰਤ ਇਹ ਹੈ ਕਿ ਪ੍ਰਾਰਥਨਾ ਹਿਰਦੇ ਦੀ ਗਹਿਰਾਈ ਵਿੱਚੋਂ ਨਿਕਲੇ ਅਤੇ ਉਹ ਪ੍ਰਾਰਥਨਾ ਵਿਸ਼ਵਾਸ ਸ਼ਰਧਾ ਪੂਰਨ ਹੋਵੇ, ਇਕਾਗਰ ਮਨ ਨਾਲ ਕੀਤੀ ਗਈ ਹੋਵੇ। ਪ੍ਰਾਰਥਨਾ ਦੀ ਸਫਲਤਾ ਦੇ ਰਹੱਸ, ਇਹਦੇ ਸਫਲਤਾ ਦੇ ਭਾਵ ਕੀ ਹੈ। ਪ੍ਰਾਰਥਨਾ ਸਫਲਤਾ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਨੰਬਰ 1, ਭਗਵਾਨ ਕੋਲ ਅਸੀਂ ਜਿਸ ਵਕਤ ਪ੍ਰਾਰਥਨਾ ਕਰੀਏ, ਉਸ ਵਕਤ ਵੀ ਸਾਡੇ ਮਨ 'ਚ ਬਹੁਤ ਹੀ ਇੱਛਾ ਹੋਵੇ। ਅਗਰ ਸਾਡਾ ਕਿਸੇ ਹੋਰ ਵਸਤੂ ਨਾਲ ਕੰਮ ਚੱਲ ਜਾਵੇ ਤਾਂ ਸਮਝੋ ਤਾਂ ਉਸ ਵਸਤੂ ਦੀ ਤੀਬਰ ਇੱਛਾ ਸਾਡੇ ਮਨ 'ਚ ਨਹੀਂ। ਪ੍ਰਾਰਥਨਾ ਦਿਲ ਤੋਂ ਹੋਵੇ, ਨਾ ਕਿ ਸਿਰਫ ਚਮੜੇ ਦੀ ਜ਼ੁਬਾਨ ਤੋਂ। ਨੰਬਰ 2,
ਉਸ ਵਸਤੂ ਨੂੰ ਪਾਉਣ ਦਾ ਦ੍ਰਿੜ ਇਰਾਦਾ ਹੋਵੇ। ਅਗਰ ਵਸਤੂ ਨੂੰ ਪ੍ਰਾਪਤ ਕਰਨ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ ਤਾਂ ਸਮਝ ਲਓ ਤੁਹਾਡਾ ਨਿਸ਼ਚਾ ਦ੍ਰਿੜ ਨਹੀਂ। ਜਿਵੇਂ ਪਾਰਵਤੀ ਨੇ ਸ਼ਿਵ ਜੀ ਨਾਲ ਵਿਆਹ ਕਰਾਉਣ ਦਾ ਦ੍ਰਿੜ ਨਿਸ਼ਚੇ ਕਰ ਰੱਖਿਆ ਸੀ ਕਿ ਵਿਆਹ ਕਰਾਉਂਗੀ ਪਰ ਸ਼ਿਵ ਜੀ ਨਾਲ ਹੀ, ਨਹੀਂ ਤਾਂ ਕੁਆਰੀ ਹੀ ਰਹੂੰਗੀ। ਕਹਿੰਦੇ ਨਾ, ਜਨਮ ਜਨਮ ਕੀ ਰਗਰ ਹਮਾਰੀ, ਬਰੂ ਸ਼ੰਭਨਤ ਰਹੂੰ ਕੁਮਾਰੀ। ਉਹਨੂੰ ਭਰਮਾਉਣ ਵਾਸਤੇ ਇੰਦਰ ਆਇਆ, ਹੋਰ ਦੇਵਤੇ ਆਏ, ਬੜੇ ਯਤਨ ਕੀਤੇ, ਪਰ ਆਪਣੇ ਉਹ ਦ੍ਰਿੜਤਾ ਵਿਸ਼ਵਾਸ ਵਿੱਚ ਰਹੀ। ਨੰਬਰ 3, ਪ੍ਰਾਰਥਨਾ ਕਰਨ ਵਾਲੇ ਦੇ ਮਨ 'ਚ ਪੂਰਨ ਧੀਰਜ ਹੋਵੇ। ਪ੍ਰਾਰਥਨਾ ਵਿੱਚ ਆਰੰਭ ਤੋਂ ਲੈ ਕੇ ਫਲ ਦੀ ਪ੍ਰਾਪਤੀ ਤੱਕ ਅਧੀਰਜ ਦੀ ਛਾਂ ਤੱਕ ਵੀ ਮਨ ਨੂੰ ਛੂਹ ਨਾ ਸਕੇ। ਫਲ ਦੀ ਆਸ ਵੱਲ ਧਿਆਨ ਹੀ ਨਾ ਦੇਵੇ। ਬੀਜ ਕੇ ਜਲ ਨਾਲ ਸੀਂਚ ਕੇ ਫਿਰ ਜਲਦੀ ਨਾਲ ਉਹਨੂੰ ਪੁੱਟ ਕੇ ਦੇਖਿਆ ਨਹੀਂ ਜਾਂਦਾ ਕਿ ਬੀਜ ਪੁੰਗ ਰਿਹਾ ਕਿ ਨਹੀਂ। ਉੱਧਰ ਬੀਜ ਦਿੱਤਾ, ਬੂਟਾ ਪੁੱਟ ਦੇਖਣ ਲੱਗ ਪਈਏ, ਫਿਰ ਉਹ ਕਿੱਥੋਂ ਹੋਊਗਾ। ਨੰਬਰ 4, ਫਲ ਪ੍ਰਾਪਤ ਪ੍ਰਾਰਥਨਾ ਦੀ ਤਾਰ ਨਾ ਟੁੱਟੇ। ਪ੍ਰਾਰਥਨਾ ਲਗਾਤਾਰ ਅਤੇ ਲੰਬੇ ਸਮੇਂ ਲਈ ਜਾਰੀ ਰੱਖੇ। ਨੰਬਰ 5, ਮਨ ਵਿੱਚ ਇਹ ਅਟੱਲ ਵਿਸ਼ਵਾਸ ਹੋਵੇ ਕਿ ਭਗਵਾਨ ਸਾਨੂੰ ਇਹ ਵਸਤੂ ਦੇ ਸਕਦੇ ਹਨ ਅਤੇ ਜ਼ਰੂਰ ਦੇਣਗੇ। ਇਹ ਵਸਤੂ ਨਿਸ਼ਚੇ ਮਿਲੇਗੀ। ਇਸ ਵਿਸ਼ਵਾਸ ਦੀ ਪ੍ਰਧਾਨਤਾ ਹੈ। ਵਿਸ਼ਵਾਸ ਦੇ ਆਦਰਪੂਰਵਕ ਪ੍ਰਾਰਥਨਾ ਹੀ ਸਫਲ ਹੁੰਦੀ ਹੈ। ਹੁਣ ਉੱਧਰ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਤੋਂ ਪਾਰ ਜਾਣਾ ਸੀ ਅਤੇ ਦਰਿਆ ਠਾਠਾ ਮਾਰਦਾ ਸੀ ਅਤੇ ਬਾਬਾ ਵੀਰ ਸਿੰਘ ਸਾਹਿਬ ਅਰਦਾਸ ਕਰਕੇ ਜਪਜੀ ਸਾਹਿਬ ਪੜ੍ਹ ਕੇ ਘੋੜਾ ਲੈ ਕੇ ਵਿੱਚ ਖੜ੍ਹ ਗਿਆ ਅਤੇ ਸਾਰੀ ਫੌਜ ਪਾਰ ਹੋ ਗਈ। 500 ਪਠਾਨ ਸੀ, ਉਹਨਾਂ ਨੂੰ ਵਿਸ਼ਵਾਸ ਨਹੀਂ, ਉਹ ਸਾਰੇ ਹੀ ਰੁੜ ਗਏ ਸੀ। ਨੰਬਰ 6, ਪ੍ਰਾਰਥਨਾ ਕਰਦੇ ਸਮੇਂ ਪ੍ਰਭੂ ਦੇ ਸਾਹਮਣੇ ਉਸ ਵਸਤੂ ਦੇ ਲਈ ਰੋਣ ਦੀ ਜ਼ਰੂਰਤ ਨਹੀਂ, ਬਲਕਿ ਪ੍ਰਭੂ ਦੇ ਸਰੂਪ ਦਾ ਚਿੰਤਨ ਕਰੇ। ਕੇਵਲ ਤਨਮਈ ਹੋ ਕੇ ਇੱਕ ਮਨ ਹੋ ਕੇ ਪ੍ਰਾਰਥਨਾ ਕਰੇ। ਆਪਣੇ ਦੁੱਖਾਂ ਨੂੰ ਉਸ ਸਮੇਂ ਆਪਣੇ ਸਾਹਮਣੇ ਨਾ ਰੱਖੇ। ਉਸ ਸਮੇਂ ਦੁੱਖ ਸਾਹਮਣੇ ਨਾ ਆਉਣ, ਕੇਵਲ ਭਗਵਾਨ ਦੀ ਸਿਮਰਤੀ ਯਾਦ ਰਹੇ। ਉਦਾਹਰਨ ਦੇ ਰੂਪ ਵਿੱਚ ਜਦੋਂ ਬਿਮਾਰੀ ਦੂਰ ਕਰਨ ਲਈ ਪ੍ਰਾਰਥਨਾ ਕਰਨੀ ਹੋਵੇ ਤਾਂ ਭਗਵਾਨ ਦੀ ਵਿਆਪਕਤਾ ਅਸੀਂ ਆਪਣੇ ਸਰੀਰ ਦੇ ਅੰਸ਼ ਵਿੱਚ ਅਨੁਭਵ ਕਰੀਏ ਅਤੇ ਇਸ ਤਰ੍ਹਾਂ ਅਨੁਭਵ ਕਰਨਾ ਚਾਹੀਦਾ, ਮੇਰਾ ਸਰੀਰ ਅਰੋਗ ਅਤੇ ਸੁੰਦਰ ਹੋ ਰਿਹਾ ਹੈ। ਵਿਸ਼ਵਾਸ ਅਤੇ ਲਗਨ ਨਾਲ ਐਸੀ ਭਾਵਨਾ ਹੋ ਜਾਂਦੀ ਹੈ। ਡਾਕਟਰ ਅਲੈਕਸਨ ਕਾਰਲ ਦਾ ਕਹਿਣਾ ਹੈ ਕਿ ਮੇਰੇ ਦੇਖਣ ਦੀ ਗੱਲ ਹੈ, ਪ੍ਰਾਰਥਨਾ ਨਸੂਰ ਤਪਦਕ ਰੋਗ ਆਦਿਕ ਦੂਰ ਹੋਵੇ। ਇਸ ਪ੍ਰਕਾਰ ਧਨ, ਇਸਤਰੀ, ਪੁੱਤਰ ਆਦਿ ਦੀ ਪ੍ਰਾਪਤੀ ਲਈ ਪ੍ਰਾਰਥਨਾ ਕੀਤੀ ਜਾ ਸਕਦੀ ਹੈ। ਪ੍ਰਾਰਥਨਾ ਨਾਲ ਸਭ ਕਾਮਨਾ ਪੂਰਨ ਹੋ ਸਕਦੀਆਂ ਹਨ। ਵੀਰ ਜੀ ਮਹਾਰਾਜ ਕਹਿੰਦੇ ਹਨ, ਸੰਸਾਰ ਦੀ ਸ਼ੁਭ ਕਾਮਨਾ ਜੇ ਕੋਈ ਧਾਰੇ ਵੀਰ, ਨਿਸ਼ਚੇ ਪ੍ਰਾਪਤ ਹੋਏਗੀ, ਨਿਸ਼ਚੇ ਰੱਖੇ ਮੀਤ। ਪ੍ਰਾਰਥਨਾ ਦੇ ਲਾਭ। ਪ੍ਰਾਰਥਨਾ ਵਿੱਚ ਅਸੀਮ ਸ਼ਕਤੀ ਹੈ, ਇਹਦੀ ਸੀਮਾ ਨਹੀਂ ਕੋਈ। ਇਹ ਨਿਰਬਲਾਂ ਦਾ ਬਲ ਹੈ, ਇਹ ਪਰਬਤਾਂ ਨੂੰ ਹਿਲਾ ਦਿੰਦੀ ਹੈ। ਇਸ ਨਾਲ ਅਸੀਂ ਪਰਮਾਤਮਾ ਦੀ ਸਹਾਇਤਾ ਅਤੇ ਕਿਰਪਾ ਨਾਲ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਸਕਦੇ ਹਾਂ ਅਤੇ ਉਹਨਾਂ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਅੱਜ ਕੱਲ੍ਹ ਦੇ ਪੜ੍ਹੇ ਲਿਖੇ ਲੋਕਾਂ ਦੀ ਦ੍ਰਿਸ਼ਟੀ ਪ੍ਰਾਰਥਨਾ ਇੱਕ ਪਖੰਡ ਹੈ। ਉਹ ਜਿਵੇਂ ਨਾ ਮੀਂਹ ਪੈਂਦਾ ਨਾ ਅਤੇ ਕਹਿੰਦੇ ਜੱਗ ਕਰੀਏ। ਜੱਗ ਕਰ ਰਹੇ ਸੀ, ਇੱਕ ਬੰਦਾ ਜਾਂਦਾ ਸੀ, ਕਹਿੰਦੇ ਕਿੱਥੇ ਚੱਲੇ ਆ? ਆਖੇ ਜੀ ਮੀਂਹ ਨਹੀਂ ਪੈਂਦਾ, ਜੱਗ ਕਰਦੇ ਹਾਂ। ਕਹਿੰਦੇ ਤੂੰ ਬਰਸਾਤੀ ਛੱਤਰੀ ਤਾਂ ਲਈ ਨਹੀਂ। ਕਹਿੰਦਾ ਗਲਤ ਪਤਾ ਨਹੀਂ ਪੈਣਾ ਕਿ ਨਹੀਂ ਪੈਣਾ। ਕਹਿੰਦੇ ਫੇਰ ਜੱਗ ਆਹ ਕਰਦੇ ਹਨ। ਜੇ ਵਿਸ਼ਵਾਸ ਅਤੇ ਵਿਸ਼ਵਾਸ ਤੋਂ ਬਿਨਾਂ ਤਾਂ ਗੱਲ ਬਣਨੀ ਕੋਈ ਨਹੀਂ। ਬਹੁਤਿਆਂ ਦਾ ਤਾਂ ਫੇਰ ਇਹ ਜਿਹਾ ਹੀ ਹੈ ਨਾ, ਇਹ ਪਖੰਡ ਦੱਸਦੇ ਆ। ਹਾਂਜੀ, ਇਸ ਲਈ ਅਸੀਂ ਪ੍ਰਾਰਥਨਾ ਵਰਗੀ ਮਹਾਂ ਸ਼ਕਤੀ ਤੋਂ ਕੰਮ ਨਾ ਲੈ ਕੇ ਅਸੀਂ ਬੜੀ ਮੂਰਖਤਾ ਕਰਦੇ ਹਾਂ। ਪ੍ਰਾਰਥਨਾ ਨਾਲ ਪਾਪਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਸਦਾਚਾਰ ਵਿੱਚ ਵਾਧਾ ਹੁੰਦਾ ਹੈ। ਨਿਰਧਨਤਾ ਦੂਰ ਹੋ ਜਾਂਦੀ ਹੈ, ਸੁੱਖ ਸਮ੍ਰਿੱਧੀ ਵਾਧਾ ਹੁੰਦਾ ਹੈ। ਇਹਨਾਂ ਮਨੁੱਖ ਨਿਰੋਗ ਰਹਿੰਦਾ ਹੈ। ਪ੍ਰਭੂ ਸਿਮਰਨ ਕਾਮਧੇਨੂ ਗਾਂ ਹੈ ਅਤੇ ਪ੍ਰਾਰਥਨਾ ਇਸ ਦਾ ਬੱਛਾ ਹੈ। ਅਗਰ ਗਾਂ ਕਿਤੇ ਚਲੀ ਜਾਏ ਅਤੇ ਬੱਛੇ ਨੂੰ ਬੰਨ੍ਹ ਰੱਖੇ ਤਾਂ ਗਾਂ ਘੁੰਮਾ ਕੇ ਉਸ ਥਾਂ 'ਤੇ ਆ ਜਾਏਗੀ। ਜੇ ਭਗਵਾਨ ਦੀ ਸ਼ਰਨ ਵਿੱਚ ਜਾਂਦਾ ਹੈ, ਭਗਵਾਨ ਉਹਦੇ ਯੋਗ ਖੇਮ ਦਾ ਸਾਰਾ ਬੋਝ ਆਪਣੇ ਮੋਢਿਆਂ 'ਤੇ ਚੱਕ ਲੈਂਦੇ ਹਨ। ਕਿਉਂ ਯੋਗ ਕਰਨਾ ਇਹਦਾ ਫਰਜ਼ ਹੈ, ਖੇਮ ਮੁਕਤੀ ਦੇਣੀ ਪਰਮਾਤਮਾ ਦਾ ਹੈਗਾ।
ਔਰ ਬਹੁਤ ਖੂਬ ਸਾਰਾ ਬੋਝ ਪ੍ਰਭੂ ਦੇ ਮੁੰਡਿਆਂ 'ਤੇ। ਦ੍ਰੋਪਦੀ ਨੇ ਜਦੋਂ ਤੱਕ ਆਪਣੇ ਬਲ 'ਤੇ ਭਰੋਸਾ ਕਰਦੀ ਰਹੀ, ਉਦੋਂ ਭਗਵਾਨ ਨਹੀਂ ਆਏ। ਜਿਵੇਂ ਹੀ ਉਸਨੇ ਸਾਰੇ ਭਗਵਾਨ ਦੀ ਸ਼ਰਨ ਲਈ, ਭਗਵਾਨ ਉਸੇ ਸਮੇਂ ਸਾੜੀ ਰੂਪ ਬਣ ਕੇ ਆ ਗਿਆ। ਇਸ ਪ੍ਰਕਾਰ ਸ਼ਰਨਾਗਤ ਦੀ ਪ੍ਰਭੂ ਆਪ ਚਿੰਤਾ ਕਰਦੇ ਹਨ। ਪ੍ਰਭੂ ਨੂੰ ਚਿੰਤਾ ਤਾਂ ਸਭ ਦੀ ਹੁੰਦੀ ਹੈ, ਪਰ ਦੀਨ ਦੁਖੀਆਂ ਦਾ ਆਧਾਰ ਤਾਂ ਦੀਨ ਦਿਆਲ ਹੀ ਹੈ। ਜਿਵੇਂ ਸਮੁੰਦਰ ਵਿੱਚ ਜਹਾਜ਼ ਤੋਂ ਉੱਡੇ ਪੰਛੀ ਨੂੰ ਕੋਈ ਹੋਰ ਟਿਕਾਣਾ ਨਹੀਂ, ਉਹ ਉੱਥੇ ਹੀ ਵਾਪਸ ਆ ਜਾਂਦਾ ਹੈ। ਦੀਨ ਪ੍ਰਭੂ ਦੇ ਕਹਾਉਂਦੇ ਹਨ ਅਤੇ ਪ੍ਰਭੂ ਦੀਨਾਂ ਦੇ। ਜਿਸ ਨੂੰ ਜਗ ਦਾ ਆਧਾਰ ਨਹੀਂ, ਉਹਦਾ ਭਾਰ ਪ੍ਰਭੂ ਆਪਣੇ ਮੁੰਡਿਆਂ 'ਤੇ ਢੋਂਦੇ ਹਨ। ਪਰ ਜਿਸ ਨੂੰ ਜਗ ਦਾ ਆਧਾਰ ਹੈ, ਉਸ ਦਾ ਜਗਤ ਆਧਾਰ ਨਾਲ ਕੀ ਸੰਬੰਧ ਹੈ। ਅਰਦਾਸ ਇੱਕ ਦ੍ਰਿੜ ਕਿਲੇ ਦਾ ਕੰਮ ਕਰਦੀ ਹੈ। ਇਸ ਨੂੰ ਤੁਸੀਂ ਕਾਮ ਆਦਿਕ ਦੁਸ਼ਮਣਾਂ ਤੋਂ ਬਚੇ ਰਹਿੰਦੇ ਹੋ। ਇੱਕ ਕੋਈ ਸਾਧੂ ਸੀ, ਬੜਾ ਸਾਦਾ ਜਿਹਾ। ਉਹ ਆਪਣੇ ਡੇਰੇ ਉੱਥੇ ਸੰਤਗੜ੍ਹ ਹਰਖਵਾਲ ਆ ਰਿਹਾ ਸੀ। ਉਹ ਪਿੰਡ ਹਰਖਵਾਲ ਦੇ ਕੁਝ ਛੋਕਰੇ ਸੀ ਅਤੇ ਉਹ ਫੜ ਕੇ ਕੁੱਟਿਆ ਬਿਨਾਂ ਕਿਸੇ ਗੱਲ ਦੇ। ਉਹ ਫਿਰ ਉੱਥੇ ਆਇਆ ਅਤੇ ਉੱਥੇ ਦਾ ਨਿਯਮ ਸੀ, ਕੋਈ ਵੀ ਸੇਵਾ ਮਿਲੇ ਮਹਾਰਾਜ ਜਲ ਪਾਣੀ ਛਕੋ, ਲੰਗਰ ਪਾਣੀ ਛਕੋ। ਮਹਾਂਪੁਰਸ਼ਾਂ ਹੁਕਮ ਸਦਾ ਵਰਤਿਆ, ਕੋਈ ਭੁੱਖਾ ਨਾ ਜਾਏ। ਅਤੇ ਉਹਨੇ ਲੰਗਰ ਪਾਣੀ ਛਕਿਆ ਨਹੀਂ। ਜਿੱਥੇ ਮਹਾਰਾਜ ਤਪ ਸਨ ਜੰਗਲ, ਉੱਧਰ ਚਲੇ ਗਿਆ। ਇੱਕ ਲੱਤ ਭਰ ਕੱਢ ਕੇ ਉਹਨੇ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਕਿ ਮੈਂ ਤਾਂ ਇਹਦਾ ਕੁਛ ਵਿਗਾੜਿਆ ਨਹੀਂ, ਮੇਰੇ ਮੱਲੋ ਮੇਰੀ ਗਲ ਪਿਆ ਅਤੇ ਮੈਂ ਤਾਂ ਇਹੋ ਜਿਹਾ ਹੈਗਾ ਹੀ ਹਾਂ, ਤੁਸੀਂ ਤਾਂ ਮਹਾਨ ਹੈ ਨਾ। ਬਸ ਉਹ ਦੇਖੋ ਅਰਦਾਸ ਕਿਸ ਵੇਲੇ ਉਸ ਵੇਲੇ ਮੂੰਹ ਹੋ ਕੇ ਡਿੱਗ ਪਿਆ। ਉਹ ਚੁੱਕ ਕੇ ਲਿਆਏ, ਇਹ ਗਲਤੀ ਮਾਫ਼ ਕਰ ਦਿਓ ਉਹਦੇ ਮਾਂ ਪਿਓ। ਉਹ ਕਹਿੰਦੇ ਵੀ ਹੁਣ ਤਾਂ ਤੀਰ ਚੱਲ ਗਿਆ, ਮੈਂ ਮਰ ਗਿਆ। ਅਤੇ ਇਸ ਕਰਕੇ ਪ੍ਰਾਰਥਨਾ ਜਿਹੜੀ ਹੈ ਇਹ ਪ੍ਰਤੱਖ ਕਈ ਵਾਰੀ ਦੇਖੀ ਦਾ। ਨੰਬਰ 2, ਪ੍ਰਾਰਥਨਾ ਨਾਲ ਪ੍ਰਭੂ ਸਾਡੇ ਨਜ਼ਦੀਕ ਆ ਜਾਂਦੇ ਹਨ ਅਤੇ ਉਹ ਸਦਾ ਸਾਡੇ ਕੋਲ ਰਹਿਣ ਲੱਗ ਜਾਂਦੇ ਹਨ। ਪ੍ਰਭੂ ਤੱਕ ਉੱਡ ਕੇ ਜਾਣ ਲਈ ਇਹ ਖੰਭ ਹੈ। ਜਿਵੇਂ ਖੰਭਾਂ ਨਾਲ ਪੰਛੀ ਉੱਡਦਾ ਨਾ, ਪ੍ਰਾਰਥਨਾ ਕਹਿੰਦੇ ਇੱਕ ਖੰਭ ਆ। ਨੰਬਰ 3, ਪ੍ਰਾਰਥਨਾ ਆਤਮਾ ਸ਼ੁੱਧੀ ਹੁੰਦੀ ਹੈ। ਬੁੱਧੀ ਨੂੰ ਸ਼ੁੱਧ ਕਰਨ ਦਾ ਇਹ ਇੱਕ ਬੜਾ ਸਰਲ ਉਪਾਅ ਹੈ। ਇਸ ਨਾਲ ਸਰੀਰਕ ਕਲੇਸ਼ ਦੂਰ ਹੋ ਜਾਂਦੇ ਹਨ। ਇਹ ਸਭ ਕਾਮਨਾ ਪੂਰਤੀ ਹੁੰਦੀ ਹੈ। ਭਗਵਾਨ ਕਹਿੰਦੇ ਕਿ ਜਦ ਕਾਮਨਾ ਤੈਨੂੰ ਸਤਾਉਣ ਅਤੇ ਮੈਨੂੰ ਪੁਕਾਰੋ, ਮੈਂ ਤੁਹਾਡੀ ਪੁਕਾਰ ਸੁਣਾ। ਕਹਿੰਦੇ ਬਾਬਾ ਵੀਰ ਸਿੰਘ ਜੀ ਨੂੰ ਰੰਗਾਵਾਦਨ ਬਾਬਾ ਭਾਗ ਸਿੰਘ ਦੇ ਚਰਨਾਂ 'ਚ ਸੇਵਾ ਕਰਦੇ ਸੀ। ਕਹਿੰਦੇ ਵੀਰ ਸ਼ਾਹ ਜੀ ਜੰਗਲ 'ਚੋਂ ਬਾਲਣ ਲੈ ਕੇ ਛੇਤੀ ਆਉਣਾ ਅਤੇ ਲੰਗਰ ਦੀ ਸੇਵਾ ਆ ਕੇ ਕਰਨੀ। ਉਹ ਜਿੱਲੇ ਗਏ ਅਤੇ ਐਸੀ ਮਾਇਆ ਵਰਤੀ, ਉੱਥੇ ਕੋਈ ਸੁੱਕੀ ਲੱਕੜੀ ਨਾ ਦਿਸੇ, ਸਭ ਹਰਾ ਭਰਾ। ਫਿਰ ਉਹ ਕਈ ਤਰ੍ਹਾਂ ਦੇ ਉੱਥੇ ਦ੍ਰਿਸ਼ ਜਿਹਾ ਹੋਣ ਲੱਗ ਪਿਆ। ਉਹ ਨਹੀਂ ਸਮਝਿਆ ਤਾਂ ਰੱਬ ਦੀ ਕੋਈ ਮਾਇਆ ਵਰਤ ਗਈ। ਉਹਨੇ ਉੱਥੋਂ ਨਦੀ ਤੋਂ ਜਲ ਵਰਤਿਆ, 5 ਇਸ਼ਨਾਨਾਂ ਕਰਕੇ ਇੱਕ ਮਨ ਹੋ ਕੇ ਅਰਦਾਸ ਕੀਤੀ ਹੈ, ਪਰਮੇਸ਼ਰ ਤੇਰੀ ਮਾਇਆ ਬੜੀ ਪ੍ਰਬਲ, ਮੈਂ ਡੋਲ ਨਾ ਜਾਵਾਂ ਅਤੇ ਮੈਨੂੰ ਬਚਾਓ। ਜਿਲੇ ਅੱਖਾਂ ਮਿਟ ਕੇ ਅਰਦਾਸ ਕਰ ਅੱਖਾਂ ਖੋਲ੍ਹੀਆਂ, ਸੁੱਕਾ ਜੰਗਲ, ਸੁੱਕਾ ਹਰਾ ਹਰਾ, ਅਤੇ ਉੱਥੋਂ ਜਿਹੜੇ ਦ੍ਰਿਸ਼ ਜਿਹੇ ਸੀ ਕੋਈ ਵੀ ਨਹੀਂ। ਅਤੇ ਆ ਗਏ ਬਾਬਾ ਜੀ ਕਹਿੰਦੇ ਵੀ ਤੈਨੂੰ ਕਿਹਾ ਸੀ ਕਿ ਤੂੰ ਆ ਕੇ ਸੇਵਾ ਕਰਨੀ, ਦੇਰੀ ਨਾ। ਕਹਿੰਦੇ ਮਹਾਰਾਜ ਫਿਰ ਮਾਇਆ ਵਰਤ ਗਈ ਸੀ, ਮਾਇਆ ਬੜੀ ਪ੍ਰਬਲ ਆ। ਕਹਿੰਦੇ ਫਿਰ ਜਿਹੜੇ ਤੈਂ ਅਰਦਾਸ ਕੀਤੀ ਫਿਰ ਮਾਇਆ ਕਿੱਥੇ ਗਈ? ਕਹਿੰਦੇ ਅਰਦਾਸ ਵੀ ਬਹੁਤ ਪ੍ਰਬਲ ਆ, ਅਰਦਾਸ ਵੀ ਬੜੀ ਸ਼ਕਤੀ ਹੈ। ਆਰਤ ਹਿਰਦੇ ਨਾਲ ਭਾਵਪੂਰਤ ਨੇਤਰਾਂ ਵਿੱਚ ਜਲ ਭਰ ਕੇ ਹੰਝੂ ਸੁੱਟਦੇ, ਗਦ ਕੰਠ ਨਾਲ ਹੱਥ ਜੋੜ ਕੇ ਕੀਤੀ ਹੋਈ ਪ੍ਰਾਰਥਨਾ ਕਦੇ ਵੀ ਖਾਲੀ ਨਹੀਂ ਜਾ ਸਕਦੀ। ਅਗਰ ਪ੍ਰਾਰਥਨਾ ਸੱਚੇ ਦਿਲ ਤੇ ਨਿਸ਼ਕਪਟ ਭਾਵ ਨਾਲ ਕੀਤੀ ਗਈ ਹੋਵੇ ਤਾਂ ਇਸ ਨਾਲ ਪਰਮਾਤਮਾ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਅੰਤ ਵਿੱਚ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਨੰਬਰ 4, ਜਦੋਂ ਸਾਰੇ ਮਿਲ ਕੇ ਪ੍ਰਾਰਥਨਾ ਕਰਦੇ ਹਨ, ਇਸ ਨਾਲ ਆਪਸ ਵਿੱਚ ਪ੍ਰੇਮ ਵੱਧਦਾ ਹੈ। ਇਹ ਏਕਤਾ ਦਾ ਇੱਕ ਦ੍ਰਿੜ ਸੂਤਰ ਹੈ। ਇਹ ਬਿਖਰੀ ਹੋਈ ਜਾਤੀ ਨੂੰ ਰੇਤ ਦੇ ਕਣਾਂ ਅਤੇ ਇੱਟਾਂ ਦੇ ਟੁਕੜਿਆਂ ਨੂੰ ਜੋੜਨ ਅਤੇ ਉਹਨਾਂ ਨੂੰ ਸ਼ਿਲਾ ਬਣਾਉਣ ਵਿੱਚ ਸੀਮਟ ਦਾ ਕੰਮ ਕਰਦੀ ਹੈ। ਪ੍ਰਾਰਥਨਾ ਨਾਲ ਮ੍ਰਿਤਕ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਲਈ ਅਸੀਂ ਸ਼ੋਕ ਸੁਭਾਵਾਂ ਵਿੱਚ 2 ਮਿੰਟ ਦੇ ਲਈ
ਇਕੱਠੇ ਹੋ ਕੇ ਅੰਮ੍ਰਿਤ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ। 5 ਭਗਵਾਨ ਮਾਫ਼ ਕਰ ਦੇਣ ਤਾਂ ਹੀ ਮਨੁੱਖ ਅਰਿਣ ਹੋ ਸਕਦਾ, ਰਿਣ ਤੋਂ ਰਹਿਤ। ਹੋਰ ਕਿਸੇ ਪ੍ਰਕਾਰ ਨਹੀਂ। ਸ਼ੇਖ ਸਾਦੀ ਜੀ ਕਹਿੰਦੇ ਹਨ, ਕਾਬਾ ਮੱਕਾ ਦੇ ਦਰਵਾਜ਼ੇ 'ਤੇ ਮੈਂ ਇੱਕ ਜਾਜਕ ਨੂੰ ਦੇਖਿਆ ਜੋ ਚੀਖ ਰਿਹਾ ਸੀ ਅਤੇ ਗਿੜਗਿੜਾ ਕੇ ਪ੍ਰਮਾਤਮਾ ਨੂੰ ਕਹਿ ਰਿਹਾ ਸੀ ਕਿ ਹੇ ਪ੍ਰਭੂ, ਮੈਂ ਨਹੀਂ ਕਹਿੰਦਾ ਕਿ ਤੂੰ ਮੇਰੀ ਪ੍ਰਾਰਥਨਾ ਸਵੀਕਾਰ। ਮੇਰੀ ਤਾਂ ਪ੍ਰਾਰਥਨਾ ਹੈ ਕਿ ਤੂੰ ਮਾਫ਼ੀ ਦੀ ਕਲਮ ਮੇਰੇ ਪਾਪਾਂ 'ਤੇ ਫੇਰ ਦੇ। ਇਸ ਪ੍ਰਕਾਰ ਨਾਲ ਹੀ ਮੈਂ ਅਰਿਣ ਹੋ ਸਕਦਾ, ਨਹੀਂ ਤਾਂ ਨਹੀਂ। ਕਹਿੰਦੇ ਹਨ, ਅਦਲ ਰਹੇ ਤਾਂ ਕੁਝ ਨਾ ਬਣਦਾ, ਮੁਆਫ਼ ਕਰੇ ਛੁਟਕਾਰਾ ਹੋ। ਇਸ ਕਰਕੇ ਜੇ ਉਹ ਤੋਂ ਇਨਸਾਫ ਮੰਗੀਏ ਫਿਰ ਤਾਂ ਛੁਟਕਾਰਾ ਹੀ ਨਹੀਂ। ਹਾਂਜੀ, ਅਤੇ ਜੇ ਇੱਕ ਸੰਤ ਸੀ, ਬੜੀ ਤਪੱਸਿਆ ਕਰਦਾ ਸੀ, ਕਹਿੰਦਾ ਕਿ ਮੈਨੂੰ ਇਨਸਾਫ ਮਿਲੇ। ਉਹ ਕਹਿੰਦੇ ਜਿਹੜੀ ਸਿਲਾ 'ਤੇ ਬਹਿ ਕੇ ਤੂੰ ਕਰਦਾ ਰਿਹਾ ਇਹ ਵੀ ਮੰਗਦੀ ਹੈ। 12 ਸਾਲ ਤੂੰ 'ਤੇ ਬਹਿ ਕੀਤਾ, ਹੁਣ 12 ਸਾਲ ਤੂੰ ਇਹਨੂੰ ਚੁੱਕ। ਇਸ ਕਰਕੇ ਉਹਦੇ ਅੱਗੇ ਅਰਦਾਸ ਕਰੀਏ, ਮਹਾਰਾਜ ਬਖਸ਼ ਦਿਓ ਫੇਰ ਆ। ਨੰਬਰ 6 ਭਗਤ ਪਰਮਾਤਮਾ ਪ੍ਰਾਰਥਨਾ ਦੀਆਂ ਸੋ ਕੋਮਲ ਤਾਰਾਂ ਨਾਲ ਹੀ ਆਪਣਾ ਸੰਬੰਧ ਜੋੜਦਾ ਹੈ। ਪਰਮਾਤਮਾ ਦੇ ਨਾਲ ਸੰਬੰਧ ਜੋੜਨ ਦੀ ਇਹ ਇੱਕ ਅਧਿਆਤਮਿਕ ਪ੍ਰਣਾਲੀ ਹੈ। ਇਹ ਰੀਤੀ ਹੈ, ਮਰਜ਼ਾਦਾ ਹੈ। ਇਹ ਪਰਮਾਤਮਾ ਦੇ ਨਾਲ ਇੱਕ ਤਾਨ ਹੋਣ ਦਾ ਯਤਨ ਹੈ। ਸੱਚੀ ਪ੍ਰਾਰਥਨਾ ਭਗਵਾਨ ਦੇ ਹਿਰਦੇ ਨੂੰ ਪਿਘਲਾ ਦਿੰਦੀ ਹੈ। ਜਿਸ ਨੇ ਪ੍ਰਾਰਥਨਾ ਦੇ ਭੇਦ ਨੂੰ ਸਮਝ ਲਿਆ ਹੈ, ਉਹ ਬਿਖਰੀ ਹੋਈ, ਉਹ ਫਿਰ ਕਹਿੰਦੇ ਪ੍ਰਾਰਥਨਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਇੱਕ ਮਹਾਤਮਾ ਦਾ ਕਥਨ ਹੈ ਕਿ ਪ੍ਰਾਰਥਨਾ ਮਨੁੱਖ ਦੇ ਮਨ ਦੀ ਸਾਰੀ ਬਿਖਰੀ ਹੋਈ ਅਤੇ ਅਨੇਕ ਦਿਸ਼ਾਵਾਂ ਵਿੱਚ ਭਟਕਣ ਵਾਲੀਆਂ ਬਿਰਤੀਆਂ ਦੇ ਇੱਕ ਕੇਂਦਰ 'ਤੇ ਇਕਾਗਰ ਕਰਨ ਵਾਲੇ ਮਾਨਸਿਕ ਵਿਆਮ ਦਾ ਨਾਮ ਹੈ। ਜਿਹੜਾ ਆਪਾਂ ਇਹ ਵੀ ਇੱਕ ਮਾਨਸਿਕ ਕਸਰਤ ਆ। ਇਸ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਮਨ ਆਤਮਿਕ ਆਨੰਦ ਅਤੇ ਸ਼ਾਂਤੀ ਪ੍ਰਾਪਤ ਕਰਦਾ ਹੈ ਅਤੇ ਮਨ ਵਿੱਚ ਹੀ ਪਰਮਾਤਮਾ ਦੀ ਸ਼ਕਤੀ ਦਾ ਅਨੁਭਵ ਹੁੰਦਾ ਹੈ। ਇਕਾਗਰ ਮਨ ਨਾਲ ਕੀਤੀ ਹੋਈ ਪ੍ਰਾਰਥਨਾ ਹੀ ਭਗਵਾਨ ਤੱਕ ਪਹੁੰਚਦੀ ਹੈ। ਇਹ ਇੱਕ ਬਲ ਦੇਣ ਵਾਲੀ ਔਸ਼ਧੀ ਟੌਨਿਕ ਹੈ। ਜਿਵੇਂ ਕੋਈ ਟੌਨਿਕ ਪੀਂਦੇ ਨਾ, ਸਰੀਰ ਨੂੰ ਤਾਕਤ ਦੇਣ ਵਾਲੀ। ਜਿੰਨੀ ਵਾਰ ਮਨ ਨੂੰ ਸ਼ਾਂਤ ਕਰਕੇ, ਅੱਖ ਬੰਦ ਕਰਕੇ, ਸਭ ਵਿਰੋਧੀ ਵਿਚਾਰਾਂ ਨੂੰ ਹਟਾ ਕੇ ਅਸੀਂ ਪਰਮਾਤਮਾ 'ਚ ਆਪਣਾ ਮਨ ਇਕਾਗਰ ਕਰਾਂਗੇ, ਉਨੀ ਵਾਰ ਹੀ ਪਰਮਾਤਮਾ ਦੇ ਪਰਮ ਪਾਵਨ ਸਪਰਸ਼ ਨਾਲ ਰੂਮ ਰੂਮ ਵਿੱਚ ਪਵਿੱਤਰ ਦਾ ਸੰਚਾਰ ਹੋਵੇਗਾ। ਇਸ ਤਰ੍ਹਾਂ ਹੀ ਨਿਰੋਗਤਾ ਦੀ ਪ੍ਰਾਰਥਨਾ ਕਰਕੇ ਰੋਗ ਤੋਂ ਮੁਕਤ ਅਤੇ ਸਵਸਥ ਹੋ ਸਕਦਾ ਹੈ। ਤੰਦਰੁਸਤ ਆਸ਼ਾਵਾਦੀ ਪ੍ਰਾਰਥਨਾ ਇੱਕ ਅੰਮ੍ਰਿਤ ਭਰੀ ਔਸ਼ਧੀ ਹੈ। ਅਗਰ ਅਸੀਂ ਸ਼ੁੱਧ ਹਿਰਦੇ ਨਾਲ ਪ੍ਰਾਰਥਨਾ ਕਰੀਏ ਤਾਂ ਇਸ ਨਾਲ ਪਰਮਾਤਮਾ ਦਾ ਦਿਵ ਸਪਰਸ਼ ਸਾਡੀ ਆਤਮਾ ਨੂੰ ਹੋਵੇਗਾ। ਨਾਲ ਹੀ ਸਭ ਮਾਨਸਿਕ ਤਾਪ ਕਲੇਸ਼ ਭਸਮ ਹੋ ਜਾਣਗੇ ਅਤੇ ਨਵਾਂ ਜੀਵਨ ਬਲ, ਪਰਮ ਸ਼ਾਂਤੀ, ਸੁੱਖ ਮਿਲੇਗਾ। ਇਹੀ ਪ੍ਰਾਰਥਨਾ ਦਾ ਮਨੋਵਿਗਿਆਨਕ ਰਹੱਸ ਹੈ। ਇਹ ਉਪਚੇਤਨ ਮਨ ਨਾਲ ਪ੍ਰਵੇਸ਼ ਕਰ ਜਾਂਦੀ ਹੈ। ਇਸ ਨਾਲ ਦੁੱਖ, ਪੀੜਾ, ਨਿਰਧਨਤਾ ਆਦਿ ਇਸ ਤਰ੍ਹਾਂ ਭੱਜ ਜਾਂਦੇ ਜਿਵੇਂ ਸੂਰਜ ਨਿਕਲਦੇ ਹੀ ਹਨੇਰਾ ਭੱਜ ਜਾਂਦਾ ਹੈ। ਪ੍ਰਾਰਥਨਾ ਸਾਡੇ ਦੁੱਖ ਰੂਪੀ ਤਾਲੇ ਨੂੰ ਖੋਲ੍ਹਣ ਦੀ ਚਾਬੀ ਹੈ। ਪ੍ਰਾਰਥਨਾ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਹੈ ਜੋ ਸਭ ਲੋਕਾਂ ਨੂੰ ਆਸਾਨੀ ਨਾਲ ਪ੍ਰਾਪਤ ਹੈ। ਪ੍ਰਾਰਥਨਾ ਦੀ ਮਾਨਸਿਕ ਕਿਰਿਆ ਨਾਲ, ਧੰਨਵਾਦ ਦੀ ਭਾਵਨਾ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਮਨੁੱਖ ਦੇ ਸਭ ਸ਼ੱਕ ਸੰਦੇਹ ਦੂਰ ਹੋ ਜਾਂਦੇ ਹਨ ਅਤੇ ਉਸਦਾ ਮਨ ਵਿਸ਼ਵਾਸ ਅਤੇ ਸ਼ਰਧਾ ਨਾਲ ਭਰ ਜਾਂਦਾ ਹੈ, ਜਿਸ ਨਾਲ ਸਭ ਕੁਝ ਸੰਭਵ ਹੈ ਤੇ ਹੋ ਸਕਦਾ ਹੈ। ਪ੍ਰਾਰਥਨਾ ਦੇ ਨਿਰਮਲ ਅਤੇ ਸ਼ਾਂਤ ਜਲ ਨਾਲ ਇਸ਼ਨਾਨ ਕਰਨ ਵਾਲੇ ਨੂੰ ਜੋ ਪਰਮਾਨੰਦ ਪ੍ਰਾਪਤ ਹੁੰਦਾ ਹੈ, ਉਸਦੇ ਸਨਮੁਖ ਇਸ ਲੋਕ ਜਾਂ ਪਰਲੋਕ ਦਾ ਕੋਈ ਆਨੰਦ, ਕੋਈ ਮਹੱਤਵ ਨਹੀਂ ਰੱਖਦਾ। ਹਿਰਦੇ ਦੀ ਗਹਿਰਾਈ ਤੋਂ ਆਨੰਦ, ਪ੍ਰੇਮ ਅਤੇ ਸ਼ਰਧਾ ਪੂਰਵਕ ਕੀਤੀ ਗਈ ਪ੍ਰਾਰਥਨਾ ਮਨੁੱਖ ਦੇ ਤਨ ਅਤੇ ਮਨ ਉੱਤੇ ਨਿਰਾਲਾ ਪ੍ਰਭਾਵ ਪਾਉਂਦੀ ਹੈ। ਇਹ ਇੱਕ ਨਿਰਾਲਾ ਜਾਦੂ ਹੈ। ਇਸ ਦੀ ਤੁਲਨਾ ਵਿੱਚ ਸੰਸਾਰ ਦੀ ਦੂਸਰੀ ਕੋਈ ਐਸੀ ਸ਼ਕਤੀ ਜਾਂ ਰਸਾਇਣ ਨਹੀਂ ਜੋ ਮਾਨਵ ਜੀਵਨ ਉੱਤੇ ਇੰਨਾ ਚਮਤਕਾਰੀ ਪ੍ਰਭਾਵ ਪਾ ਸਕੇ। ਅਗਰ ਅਸੀਂ ਸੱਚੇ ਦਿਲ ਨਾਲ ਇੱਕ ਚਿੱਤ ਹੋ ਕੇ ਨਿਮਰਤਾ ਨਾਲ ਪ੍ਰਾਰਥਨਾ ਅਭਿਆਸ ਪਾ ਲਵਾਂਗੇ ਤਾਂ ਥੋੜ੍ਹੇ ਹੀ ਸਮੇਂ ਸਾਨੂੰ ਸਾਡੇ ਜੀਵਨ ਵਿੱਚ ਚਮਤਕਾਰੀ ਪਰਿਵਰਤਨ ਦਿਖਾਈ ਦੇਣ ਲੱਗੇਗਾ। ਪਰਮਾਤਮਾ ਵਿੱਚ ਸੱਚਮੁੱਚ ਇਸ ਤਰ੍ਹਾਂ ਦਾ ਜਾਦੂ ਅਤੇ ਬਲ ਭਰਿਆ ਹੋਇਆ ਹੈ
ਇੱਕ ਅੰਗਰੇਜ਼ੀ ਦਾ ਪ੍ਰਸਿੱਧ ਕਵੀ ਟੈਨੀਸਨ ਕਹਿੰਦਾ ਹੈ, ਮੋਰ ਥਿੰਗ ਆਰ ਹਾਂਜੀ more things are wrought by prayer than the world dream of। ਅਰਥ ਜਾਂ ਜਗਤ ਜਿਸ ਦੀ ਕਲਪਨਾ ਕਰ ਸਕਦਾ ਹੈ, ਇਸ ਤੋਂ ਵੱਧ ਕੋਈ ਕੰਮ ਪ੍ਰਾਰਥਨਾ ਦੁਆਰਾ ਸਿੱਧ ਹੋ ਸਕਦੇ ਹਨ। ਪ੍ਰਕਿਰਤੀ ਦੇ ਅਟਲ ਨਿਯਮਾਂ ਦਾ ਉਲੰਘਣ ਕਰਨ ਦੀ ਸ਼ਕਤੀ ਕੇਵਲ ਪਰਮਾਤਮਾ ਵਿੱਚ ਹੀ ਹੈ। ਇਹ ਇੱਕ ਅਸੀਮ ਸ਼ਕਤੀ ਹੈ। ਆਪ ਪੜ੍ਹ ਸਾਂ ਦੂਜਾ ਉੱਤੇ ਦੇਖ ਨਾ ਹਾਂ ਪਤਾ ਲੱਗ ਗਿਆ ਚੇਤੇ ਨਾ। ਪ੍ਰਕਿਰਤੀ ਦੇ ਅਟਲ ਨਿਯਮਾਂ ਦਾ ਉਲੰਘਣ ਕਰਨ ਦੀ ਸ਼ਕਤੀ ਕੇਵਲ ਪਰਮਾਤਮਾ ਵਿੱਚ ਹੀ ਹੈ। ਇਹ ਇੱਕ ਅਸੀਮ ਸ਼ਕਤੀ ਹੈ। ਸੱਤਵਾਂ, ਪ੍ਰਾਰਥਨਾ ਨਿਰਬਲਾਂ ਦਾ ਬਲ ਹੈ, ਦੁਖੀਆਂ ਦਾ ਸਹਾਰਾ ਹੈ, ਨਿਰਧਨਾਂ ਦਾ ਧਨ ਹੈ, ਅਨਾਥਾਂ ਦਾ ਨਾਥ ਹੈ, ਦੀਨਾਂ ਦਾ ਬੰਧੂ। ਸਾਰੀ ਪ੍ਰਾਰਥਨਾ ਹੀ ਹੈ। ਜਿਸ ਦਾ ਕੋਈ ਨਹੀਂ ਉਸ ਦਾ ਭਗਵਾਨ ਹੈ। ਪ੍ਰਾਰਥਨਾ ਗਰਮ ਲੋਹੇ ਨੂੰ ਠੰਡਾ ਅਤੇ ਪੱਥਰਾਂ ਨੂੰ ਮੋਮ ਕਰ ਦਿੰਦੀ ਹੈ। ਇਹ ਤੂਫਾਨ ਨੂੰ ਰੋਕ ਸਕਦੀ ਹੈ ਅਤੇ ਡੁੱਬਦੀ ਬੇੜੀ ਨੂੰ ਪਾਰ ਲਗਾ ਦਿੰਦੀ ਹੈ। ਪੱਥਰ ਦਿਲ ਸੰਸਾਰਕ ਲੋਕ ਵੀ ਪ੍ਰਾਰਥਨਾ ਨਾਲ ਨਰਮ ਹੋ ਜਾਂਦੇ ਹਨ। ਫਿਰ ਭਗਵਾਨ ਤਾਂ ਬਹੁਤ ਕੋਮਲ ਅਤੇ ਦਿਆਲੂ ਹਨ। ਉਹਨਾਂ ਨੂੰ ਕੀਤੀ ਗਈ ਪ੍ਰਾਰਥਨਾ ਕਦੇ ਖਾਲੀ ਨਹੀਂ ਜਾ ਸਕਦੀ। ਪ੍ਰਾਰਥਨਾ ਆਤਮਿਕ ਸ਼ਕਤੀ ਵੱਧਦੀ ਹੈ। ਸਭ ਕਾਮਨਾ ਪੂਰਨ ਹੋ ਜਾਂਦੀਆਂ ਹਨ। ਜਿਹਦਾ ਜੀਵਨ ਪ੍ਰਾਰਥਨਾ ਵੀ ਬਣ ਜਾਂਦਾ ਹੈ, ਉਸ ਨੂੰ ਪ੍ਰਭੂ ਪ੍ਰਵਾਨ ਕਰ ਲੈਂਦੇ ਹਨ। ਉਹਦੇ ਸਾਰੇ ਬੰਧਨ ਟੁੱਟ ਜਾਂਦੇ ਹਨ। ਇਸ ਲਈ ਭਗਵਾਨ ਕੋਲ ਪ੍ਰਾਰਥਨਾ ਕਰੋ, ਕਿਉਂਕਿ ਭਗਵਾਨ ਕੋਲ ਪ੍ਰਵਾਨ ਕਰਨ ਲਈ ਹਜ਼ਾਰਾਂ ਹੱਥ ਹਨ ਅਤੇ ਸੁਣਨ ਲਈ ਹਜ਼ਾਰਾਂ ਕੰਨ ਹਨ, ਦੇਖਣ ਲਈ ਹਜ਼ਾਰਾਂ ਨੇਤਰ ਹਨ, ਦੌੜ ਕੇ ਰੱਖਿਆ ਕਰਨ ਲਈ ਹਜ਼ਾਰਾਂ ਪੈਰ ਹਨ। ਪਰਮਾਤਮਾ ਦੀ ਮਹਿਮਾ ਕਿੱਥੋਂ ਵਰਣਨ ਕਰੀਏ? ਇਹਦੀ ਮਹਿਮਾ ਵਰਣਨ ਤੋਂ ਬਾਹਰ ਹੈ। ਕਹਿੰਦੇ ਹਨ, ਸਭ ਪਰਵਤ ਸਿਆਹੀ ਕਰੂੰ, ਘੋਲੂ ਸਾਗਰ ਮਾਹੀ, ਪ੍ਰਿਥਵੀ ਕਾਗਜ਼ ਨੂੰ ਮਹਿਮਾ ਲਿਖੀ ਨਾ ਜਾਏ। ਪਰਵਤਾਂ ਦੀ ਕਹਿੰਦੇ ਸਿਆਹੀ ਬਣਾ ਲਈਏ ਅਤੇ ਪਾਣੀ ਘੋਲ ਲਈਏ, ਪ੍ਰਿਥਵੀ ਕਾਗਜ਼ ਬਣਾ ਲਈਏ, ਉਹਦੀ ਮਹਿਮਾ ਫਿਰ ਵੀ ਲਿਖੀ ਨਹੀਂ ਜਾਂਦੀ। ਪ੍ਰਭੂ ਕੋਲ ਪ੍ਰਤੀ ਦਿਨ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ? ਹਰ ਰੋਜ਼ ਹੇਠਾਂ ਕੁਝ ਸ਼ੁੱਧ ਪ੍ਰਾਰਥਨਾ ਦਿੱਤੀਆਂ ਜਾ ਸਕਦੀਆਂ। 8 ਦਿਨਾਂ ਵਿੱਚੋਂ ਆਪਣੀ ਰੁਚੀ ਦੇ ਅਨੁਸਾਰ ਕੋਈ ਵੀ ਪ੍ਰਾਰਥਨਾ ਚੁਣ ਸਕਦੇ ਹਨ ਅਤੇ ਪ੍ਰਭੂ ਨੂੰ ਪ੍ਰਤੀ ਦਿਨ ਉਹ ਪ੍ਰਾਰਥਨਾ ਕਰ ਸਕਦੇ ਹਨ। ਨੰਬਰ 1, ਹੇ ਈਸ਼ਵਰ, ਅਸੀਂ ਆਪਣੇ ਕੰਨਾਂ ਨਾਲ ਸ਼ੁਭ ਕਲਿਆਣਕਾਰੀ ਵਚਨ ਹੀ ਸੁਣੀਏ। ਨਿੰਦਿਆ, ਚੁਗਲੀ, ਗਾਲਾਂ ਜਾਂ ਦੂਜੀ ਕੋਈ ਵੀ ਗੱਲ ਕੰਨਾਂ 'ਚ ਨਾ ਪਵੇ। ਅੱਖਾਂ ਨਾਲ ਕਲਿਆਣ ਦਾ ਹੀ ਦਰਸ਼ਨ ਕਰਨ। ਕਿਸੇ ਅਮੰਗਲਕਾਰੀ ਜਾਂ ਗਿਰਾਵਟ ਦੇ ਵੱਲ ਲੈ ਜਾਣ ਵਾਲੀ ਵਸਤੂ ਸਾਡੇ ਵੱਲ ਸਾਡੀ ਦ੍ਰਿਸ਼ਟੀ ਨਾ ਆ ਜਾਵੇ। ਅਸੀਂ ਜੀਭ ਨਾਲ ਕਿਸੇ ਦੀ ਨਿੰਦਾ ਚੁਗਲੀ ਨਾ ਕਰੀਏ, ਬਲਕਿ ਜੀਭ 'ਤੇ ਹਰ ਸਾਹ ਤੁਹਾਡਾ ਹੀ ਨਾਮ ਹੋਵੇ। ਸਾਡੇ ਸਰੀਰ ਦੇ ਸਾਰੇ ਅੰਗ ਬਲਵਾਨ ਹੋਣ ਤਾਂ ਕਿ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ। ਸਾਡੀ ਉਮਰ ਭੋਗ ਵਿਲਾਸ ਵਿੱਚ ਨਾ ਗੁਜ਼ਰੇ। ਈਸ਼ਵਰ, ਮੇਰੀ ਬਾਣੀ ਅਤੇ ਮਨ ਇੱਕ ਹੋ ਜਾਣ। ਇਸ ਤਰ੍ਹਾਂ ਨਾ ਹੋਵੇ ਕਿ ਮੈਂ ਬਾਣੀ ਨਾਲ ਇੱਕ ਪਾਠ ਪੜ੍ਹਦਾ ਰਹਾਂ ਅਤੇ ਮਨ ਦੂਸਰਾ ਹੀ ਚਿੰਤਨ ਕਰਦਾ ਰਹੇ, ਜਾਂ ਮਨ ਵਿੱਚ ਕੁਝ ਹੋਰ ਭਾਵ ਹੋਵੇ ਅਤੇ ਜ਼ੁਬਾਨ ਤੋਂ ਕੁਝ ਹੋਰ ਹੀ ਪ੍ਰਗਟ ਕਰਾਂ। ਮੇਰੇ ਮਨ, ਵਚਨ, ਕਰਮ ਸ਼ੁੱਧ ਹੋ ਕੇ ਇੱਕ ਹੋ ਜਾਣ। ਮੈਂ ਹਰਦਮ ਤੁਹਾਡਾ ਹੀ ਚਿੰਤਨ ਕਰਦਾ ਰਹਾਂ। ਮੇਰਾ ਸਰੀਰ ਰੋਗ ਰਹਿਤ ਹੋ ਜਾਵੇ, ਜਿਸ ਨਾਲ ਤੁਹਾਡੀ ਉਪਾਸਨਾ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਨਾ ਆਵੇ। ਨੰਬਰ 2, ਹੇ ਭਗਵਾਨ, ਮੈਂ ਸੰਸਾਰ ਸਾਗਰ ਦੇ ਅਥਾਹ ਜਲ ਵਿੱਚ ਘਿਰ ਗਿਆ ਹਾਂ ਅਤੇ ਗੋਤੇ ਖਾ ਰਿਹਾ ਹਾਂ। ਕਿਰਪਾ ਕਰਕੇ ਆਪਣੇ ਦਾਸ ਨੂੰ ਆਪਣੇ ਚਰਨ ਕਮਲਾਂ ਦੀ ਧੂੜ ਜਾਣ ਕੇ ਭਵ ਸਾਗਰ ਵਿੱਚ ਡੁੱਬਣ ਤੋਂ ਬਚਾ ਲਵੋ। ਮੈਂ ਤੁਹਾਡੇ ਕੋਲੋਂ ਆਪਣੇ ਪਾਪਾਂ ਦੀ ਮੁਆਫੀ ਚਾਹੁੰਦਾ ਹਾਂ। ਮੇਰੇ ਦਿਲ ਵਿੱਚ ਸਦਾ ਲਈ ਯਾਦ ਰਹੇ। ਮੈਨੂੰ ਸ਼ਕਤੀ ਦਿਓ ਕਿ ਮੈਂ ਸਦਾ ਕਿਰਤੱਗਿਆ ਸ਼ੁਕਰਗੁਜ਼ਾਰ ਹੋਵਾਂ ਅਤੇ ਸੰਤੋਖ ਨਾਲ ਕਿਰਤੱਗਿਆ ਮੈਨੇ ਸ਼ੁਕਰ ਸੰਤੋਖ ਨਾਲ ਜੀਵਨ ਬਤੀਤ ਕਰਾਂ। ਮੈਂ ਨਿਰਬਲ ਹਾਂ, ਮੈਨੂੰ ਬਲ ਦਿਓ। ਮੈਂ ਰੋਗੀ ਹਾਂ, ਮੈਨੂੰ ਨਿਰੋਗਤਾ ਦਿਓ। ਮੈਂ ਤੇਰਾ ਆਸਰਾ ਚਾਹੁੰਦਾ ਹਾਂ। ਮੈਂ ਤੇਰੇ ਕੋਲੋਂ ਤੇਰੀ ਦਿਆਲਤਾ ਦਾ ਵਿਲਾਸੀ ਹਾਂ। ਮੇਰੇ ਲਈ ਉਸ ਦਿਆਲਤਾ ਦੇ ਸਭ ਦੁਆਰ ਖੋਲ੍ਹ ਦਿਓ, ਜਿਵੇਂ ਦੀਨ ਬਾਲਕ ਨੂੰ ਸਿਰਫ ਮਾਤਾ ਦਾ ਹੀ ਸਹਾਰਾ ਹੁੰਦਾ ਹੈ। ਇਸ ਪ੍ਰਕਾਰ ਮੈਨੂੰ ਵੀ ਕੇਵਲ ਤੁਹਾਡਾ ਹੀ ਆਸਰਾ ਹੈ। ਹੇ ਨਾਥ, ਮੇਰੇ ਤਾਂ ਤੁਸੀਂ ਹੀ ਮਾਤਾ ਪਿਤਾ ਹੋ। ਤੁਸੀਂ ਮੇਰੇ ਮਿੱਤਰ ਅਤੇ ਬੰਧੂ ਹੋ। ਧਨ ਦੌਲਤ ਸਭ ਕੁਝ ਤੁਸੀਂ ਹੋ। ਇਹ ਕਰੁਣਾਪਤੀ, ਆਪਣੇ ਦਇਆ ਨਾਲ ਸਾਨੂੰ ਮਾਇਆ ਦੇ ਪੰਜੇ 'ਚੋਂ ਛੁਡਾਓ। ਇਹ ਮਾਇਆ ਆਪ ਦੀ ਬਹੁਤ ਪ੍ਰਬਲ ਹੈ। ਨਿੱਤ 100 ਨਾਚ ਕਰਾਉਂਦੀ ਹੈ। ਪੈਰ ਪੈਰ 'ਤੇ ਫਿਸਲ ਜਾਂਦੇ ਹਾਂ
ਤਿਲਕ ਜਾਂਦੇ ਹਾਂ। ਅਸੀਂ ਆਪਣਾ ਇਸ ਤਰ੍ਹਾਂ ਰੰਗ ਜਮਾਉਂਦੀ ਹੈ ਕਿ ਦਾਣਾ ਚੁਗਦੇ ਪੰਛੀ ਫਸ ਜਾਂਦੇ ਹਨ। ਇਹ ਇਸ ਤਰ੍ਹਾਂ ਜਾਲ ਫੈਲਾਉਂਦੀ ਹੈ ਕਿ ਅਸੀਂ ਆਪ ਜੀ ਦੇ ਵੱਲ ਆਉਣਾ ਚਾਹੁੰਦੇ ਹਾਂ। ਇਹ ਬੇਸ਼ਿਆਂ ਵਿੱਚ ਫਸਾਉਂਦੀ ਹੈ। ਇਹ ਸ਼ਬਦ, ਰੂਪ, ਰਸ, ਗੰਧ, ਸਪਰਸ਼ ਦੇ ਤਿੱਖੇ ਤੀਰ ਚਲਾਉਂਦੀ ਹੈ। ਇਹ ਕਾਮ, ਕ੍ਰੋਧ, ਲੋਭ, ਹੰਕਾਰ ਦੀ ਕਲਾ ਜਗਾਉਂਦੀ ਹੈ। ਇਹ ਕੰਚਨ, ਕਾਮਨੀ ਅਤੇ ਕੀਰਤੀ ਵਿੱਚ ਆਸਕਤੀ ਸਦਾ ਵਧਾਉਂਦੀ, ਉਧਰ ਪਕੜ ਵਧਾਉਂਦੀ ਹੈ। ਅਸੀਂ ਤ੍ਰਿਸ਼ਨਾ ਨੂੰ ਥੱਪ ਕੇ ਸਲਾਉਂਦੇ ਹਾਂ, ਥਾਪੜਾ ਦੇ ਕੇ। ਇਹ ਉਹਨੂੰ ਝੰਜੋੜ ਕੇ ਜਗਾਉਂਦੀ ਹੈ। ਅਸੀਂ ਮਮਤਾ ਤੋਂ ਮੁੱਖ ਮੋੜਦੇ ਹਾਂ, ਇਹ ਉਹ ਸਾਡੇ ਸਾਹਮਣੇ ਲਿਆਉਂਦੀ ਹੈ। ਅਸੀਂ ਅੱਖ ਬੰਦ ਕਰਕੇ ਬੈਠਦੇ ਹਾਂ, ਇਹ ਹਲਚਲ ਮਚਾਉਂਦੀ ਹੈ। ਇਹ ਮਾਇਆ ਦੇ ਪਤੀ, ਆਪ ਜੀ ਦੀ ਸ਼ਰਨ ਆਉਣ ਨਾਲ ਹੀ ਅਸੀਂ ਇਸ ਮਾਇਆ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਹੋਰ ਕਿਸੇ ਤਰ੍ਹਾਂ ਨਹੀਂ। ਇਸ ਲਈ ਹੇ ਨਾਥ, ਇਸ ਭੁੱਲੇ ਪੜ ਗਏ ਯਾਤਰੀ ਨੂੰ ਸਹਾਰਾ ਦੇਵੋ। ਇਹ ਡਗਮਗਾਉਂਦੀ ਬੇੜੀ ਨੂੰ ਇੱਕ ਵਾਰ ਕਿਨਾਰਾ ਦਿਖਾ ਦੇਵੋ ਜੀ। ਇਸ ਡਗਮਗਾਉਂਦੀ ਬੇੜੀ ਨੂੰ ਕਹਿੰਦੇ ਕਿਨਾਰਾ ਦਿਖਾ ਦਿਓ। ਨੰਬਰ 4, ਅਭਿਲਾਸ਼ਾ। ਮੇਰੇ ਪ੍ਰਾਣਾਧਾਰ, ਮੈਂ ਕੇਵਲ ਤੇਰਾ ਹੋ ਕੇ ਰਹਿਣਾ ਚਾਹੁੰਦਾ ਹਾਂ। ਮੈਂ ਉਲਟੇ ਮਾਰਗ 'ਤੇ ਜਾ ਰਿਹਾ ਹਾਂ, ਮੈਨੂੰ ਸਿੱਧੇ ਰਸਤੇ 'ਤੇ ਪਾ ਦਿਓ। ਮੈਂ ਅਗਿਆਨਤਾ ਦੇ ਖੋਜ ਪਿਆ ਹੋਇਆ ਹਾਂ, ਮੈਨੂੰ ਇਸ ਪੜ੍ਹ ਕੇ ਬਲ ਬੁੱਧੀ ਦੇਵੋ। ਮੇਰੇ ਮਨ 'ਚ ਰਾਗ ਦਵੇਸ਼ ਭਰਿਆ ਹੋਇਆ ਹੈ, ਇਸ ਦੇ ਬਦਲੇ ਇਸ ਵਿੱਚ ਆਪਣਾ ਪ੍ਰੇਮ ਭਰ ਦਿਓ। ਸਭ ਦੀ ਭਲਾਈ ਦੀ ਭਾਵਨਾ ਮੇਰੇ ਮਨ 'ਚ ਰਹੇ। ਮੈਨੂੰ ਇਸ ਤਰ੍ਹਾਂ ਬਣਾ ਦਿਓ ਕਿ ਮੈਂ ਤੁਹਾਡੀ ਇੱਛਾ ਹੀ ਮੇਰੀ ਇੱਛਾ ਬਣ ਜਾਵੇ। ਇਹ ਪ੍ਰਭੂ, ਮੈਂ ਆਪਣੇ ਆਪ ਨੂੰ ਪੂਰਨ ਰੂਪ ਤੈਨੂੰ ਸੌਂਪਦਾ ਹਾਂ। ਮੈਨੂੰ ਨਿਰਇੱਛਾ ਬਣਾ ਦੇ, ਤੂੰ ਮੇਰਾ ਬਣ ਜਾਵੇਂ, ਮੈਂ ਤੇਰਾ ਬਣ ਜਾਵਾਂ। ਕੇਵਲ ਇਹ ਮੇਰੀ ਅਭਿਲਾਸ਼ਾ ਹੈ। ਗਾਇਤਰੀ ਮੰਤਰ 'ਚ ਵੀ ਇੱਕ ਐਸੀ ਹੀ ਸੁੰਦਰ ਪ੍ਰਾਰਥਨਾ ਹੈ। ਇਸ ਵਿੱਚ ਪਾਪ ਨਾਸ਼ਕ ਸ਼ਕਤੀ ਹੈ। ਗਾਇਤਰੀ ਮਾਤਾ ਸਭ ਵਸਤੂਆਂ ਦੀ ਦਾਤੀ ਹੈ। ਇਸ ਦਾ ਅਰਥ ਦੇ ਨਾਲ ਪ੍ਰਤੀ ਦਿਨ ਜਾਪ ਕਰਨ ਨਾਲ ਬੁੱਧੀ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਗਾਇਤਰੀ ਮੰਤਰ ਵਿੱਚ ਸੁਬੁੱਧੀ ਹੀ ਮੰਗੀ ਗਈ ਹੈ। ਕਹਿੰਦੇ ਹਨ, ਜਹਾਂ ਸਮਤ ਬਾਹਾਂ ਸੰਪਤ ਨਨ। ਜਿੱਥੇ ਸ੍ਰੇਸ਼ਟ ਬੁੱਧਿਆ ਤੁਲਸੀ ਜਾ ਕਹਿੰਦੇ ਉੱਥੇ ਅਨੇਕ ਤਰ੍ਹਾਂ ਦੀ ਸੰਪਦਾ। ਜਹਾਂ ਮਤਾਂ ਬਿਪਤ ਨਿਧਾਨ। ਜਿੱਥੇ ਖੋਟੀ ਬੁੱਧੀ ਹੈ ਉੱਥੇ ਬਿਪਤਾ ਦੇ ਖਜ਼ਾਨੇ ਖੜੇ ਹੋ ਜਾਂਦੇ। ਨੰਬਰ 5, ਭਗਤ ਦੀ ਪੁਕਾਰ। ਇਹ ਭਗਵਾਨ, ਤੂੰ ਮੇਰੀ ਮਾਤਾ ਹੈ, ਮੈਂ ਤੇਰਾ ਅਣਜਾਣ ਬਾਲਕ। ਨਹੀਂ ਸੰਜਮ, ਨਹੀਂ ਸਾਧਨਾ, ਨਹੀਂ ਤੀਰਥ ਵਰਤ ਦਾਨ। ਮਾਤ ਭਰੋਸੇ ਰਹਿਤ ਹੈ ਜਿਉਂ ਬਾਲਕ ਨਦਾਨ। ਹਾਂਜੀ, ਛੋਟਾ ਬੱਚਾ, ਮੇਰੇ ਪਾਪਾਂ ਦੀ ਗਠੜੀ ਭਾਰੀ ਹੋ ਗਈ ਹੈ, ਤੁਸੀਂ ਪਤਿਤ ਪਾਵਨ ਹੋ, ਮੇਰਾ ਆਧਾਰ ਕਰ ਦਿਓ। ਰੋਗੀ ਨੂੰ ਵੈਦ ਦੇ ਕੋਲ ਜਾਣ ਦੀ ਜ਼ਰੂਰਤ ਹੁੰਦੀ ਹੈ। ਜੇ ਇਹਦੇ ਨਾਲ ਮਨ ਰੂਪੀ ਕੱਪੜੇ ਮੈਲੇ ਹੋ ਗਏ, ਉਹ ਧੋਬੀ ਕੋਲ ਜਾਏਗਾ। ਭਗਵਾਨ, ਮੈਂ ਮੈਲੇ ਹੀ ਕੱਪੜੇ ਲੈ ਕੇ ਤੇਰੇ ਕੋਲ ਆਇਆ ਹਾਂ। ਧੋਬੀਆਂ ਦਾਗ ਜਲਾਉਣ ਦੇ ਧੋਰੇ, ਮੇਰਾ ਮਨ ਰੋਗੀ ਹੈ, ਉਹ ਪਰਮ ਵੈਦ, ਇਹਦਾ ਇਲਾਜ ਕਰ ਦੇ। ਮੇਰੇ ਆਰਤਨਾਦ ਨੂੰ ਸੁਣੋ, ਮੇਰੀ ਦੁਖੀ ਆਵਾਜ਼ ਨੂੰ। ਆਰਤਨਾਦ ਮੈਨੂੰ ਦੁਖੀ ਆਵਾਜ਼, ਮੇਰਾ ਦੁੱਖ ਦੂਰ ਕਰ ਦੇਵੋ ਜੀ। ਪਰ ਤੂੰ ਵੀ ਗੁਣ ਔਗੁਣ ਦੇਖੇਗਾ ਤਾਂ ਤੈਨੂੰ ਸਮਦਰਸ਼ੀ ਕੌਣ ਕਹੇਗਾ। ਮੈਨੂੰ ਤੂੰ ਆਪਣਾ ਮਸਤਾਨਾ ਬਣਾ ਲੈ। ਤੇਰੇ ਦਰ ਨੂੰ ਛੱਡ ਕੇ ਅਸੀਂ ਕਿੱਥੇ ਜਾਈਏ। ਅਸੀਂ ਤੇਰੇ ਹੀ ਨਾਮ ਦੀ ਰੱਟ ਲਗਾਉਂਦੇ ਜਾਵਾਂਗੇ। ਹਾਂਜੀ, ਇਸ ਲਈ ਕਿਹਾ ਹੈ, ਓਮ ਦਾ ਸਿਮਰਨ ਨਿਤ ਕਰ, ਜਿਤ ਵਿੱਚ ਸਿਮਰਾ ਜਾਏ। ਕਵੀ ਤੋ ਦੀਨ ਦਿਆਲ ਜੀ, ਬੋਲੇਂਗੇ ਮੁਸਕਾਏ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦਾ ਜਾ, ਕਦੀ ਤੋਂ ਖੁਸ਼ ਹੋ ਕੇ ਕਿਰਪਾ ਕਰਨਗੇ ਨਾ। ਸੱਚੀ ਮੰਗ ਭਗਵਾਨ ਕੋਲੋਂ ਹੀ ਮੰਗਣਾ ਚਾਹੀਦਾ ਹੈ। ਪਿਰਿਆ ਪਾਠਕੋ, ਉੱਪਰ ਦੇ ਵਰਣਨ ਤੋਂ ਪ੍ਰਾਰਥਨਾ ਦੀ ਮਹਿਮਾ ਤਾਂ ਅੱਛੀ ਤਰ੍ਹਾਂ ਤੁਹਾਡੀ ਸਮਝ ਵਿੱਚ ਆ ਗਈ ਹੋਵੇਗੀ। ਆਓ ਹੁਣ ਅਸੀਂ ਇਸ ਗੱਲ 'ਤੇ ਵਿਚਾਰ ਕਰਦੇ ਹਾਂ ਕਿ ਸੱਚੀ ਮੰਗ ਕੀ ਹੈ, ਜਾਂ ਅਸਲ ਭਗਵਾਨ ਕੋਲੋਂ ਕੀ ਮੰਗਣਾ ਚਾਹੀਦਾ ਹੈ। ਇੱਕ ਤਾਂ ਉਹ ਲੋਕ ਹੈ ਜੋ ਭਗਵਾਨ ਨੂੰ ਉਸ ਸਮੇਂ ਪੁਕਾਰਦੇ ਜਦੋਂ ਉਹਨਾਂ 'ਤੇ ਕੋਈ ਵਿਪਤਾ ਆਈ ਹੋਵੇ। ਦੂਜੀ ਪ੍ਰਕਾਰ ਦੇ ਉਹ ਲੋਕ ਹੈ ਜੋ ਸਵੇਰੇ ਪ੍ਰਾਰਥਨਾ ਕਰਦੇ ਹੀ ਰਹਿੰਦੇ ਹਨ ਕਿ ਭਗਵਾਨ ਮੈਨੂੰ ਇਹ ਵਸਤੂ ਦੇ ਦੇ, ਉਹ ਦੇ ਦੇ। ਉਹ ਵਸਤੂ ਦੇ ਮਿਲਣ ਦਾ ਸਮਾਂ ਵੀ ਦੱਸ ਦਿੰਦੇ ਹਨ। ਜਿਵੇਂ ਭਗਵਾਨ ਨੇ ਸਾਨੂੰ ਵਿਸ਼ਵਾਸ ਹੀ ਨਹੀਂ ਕਿ ਉਹ ਸਾਡਾ ਭਲਾ ਚਾਹੁੰਦੇ ਹਨ ਅਤੇ ਜੇ ਸਾਡੀ ਭਲਾਈ ਹੋਵੇਗੀ ਉਹ ਦੇ ਹੀ ਦੇਣਗੇ। ਹੋਣਾ ਤਾਂ ਇਹ ਚਾਹੀਦਾ ਕਿ ਅਸੀਂ ਪ੍ਰਾਰਥਨਾ ਕਰੀਏ ਕਿ ਭਗਵਾਨ ਤੁਹਾਡੀ ਜੋ ਇੱਛਾ ਹੋਵੇ ਉਹ ਮੈਨੂੰ ਦੇਵੋ। ਜਿਹੜਾ ਦੇਣਾ ਹੋਵੇ ਉਸ ਕਰ ਦੇਵੋ ਅਤੇ ਜੇ ਦੇਣਾ ਹੋਵੇ ਉਦੋਂ ਹੀ ਦੇਣਾ, ਕਿਉਂਕਿ ਭਗਵਾਨ ਤੋਂ ਵੱਧ ਕੇ ਸਾਡਾ ਸ਼ੁਭ ਚਿੰਤਕ ਕੌਣ ਹੋਵੇਗਾ। ਤੁਛ ਵਸਤੂਆਂ ਲਈ ਭਗਵਾਨ ਕੋਲ ਅਰਦਾਸ ਕਰਨਾ ਮੰਨ ਲਓ ਕਿ ਅਸੀਂ ਉਹਨਾਂ ਦੇ
ਮੰਗਲਮਈ ਵਿਧਾਨ ਉੱਪਰ ਅਵਿਸ਼ਵਾਸ ਕਰਨਾ। ਜਿਵੇਂ ਭਗਵਾਨ ਨੂੰ ਸਾਡੀ ਚਿੰਤਾ ਹੀ ਨਹੀਂ, ਉਹ ਸਾਨੂੰ ਸਾਡੀਆਂ ਜ਼ਰੂਰੀ ਚੀਜ਼ਾਂ ਦੇ ਨਹੀਂ ਰਹੇ, ਉਹ 'ਤੇ ਅਸੀਂ ਵਿਸ਼ਵਾਸ ਨਹੀਂ ਕਰਦੇ, ਆਪਣੇ ਮਨ 'ਚ ਕਰਦੇ ਮੈਨੂੰ ਆਹ ਮਿਲ ਜਾ ਉਹ ਮਿਲ ਜਾ, ਉਹ 'ਤੇ ਭਰੋਸਾ ਨਹੀਂ ਕਰਦੇ। ਉਹ ਜਿਵੇਂ ਕਹਿੰਦੇ ਨੇ ਕੋਈ ਆਪਣੇ ਆ ਜਿਹੜੇ ਹੁੰਦੇ ਆ ਗੁੱਜਰ ਕਹਿ ਦਿਓ ਜਾਂ ਹੀਰ ਕਹਿ ਦਿਓ, ਉਹ ਕਿਤੇ ਰਾਜਾ ਸੀ ਅਤੇ ਉਹ ਪਾਣੀ ਪਿਲਾਇਆ, ਉਹ ਕਹਿੰਦੇ ਜਦੋਂ ਲੋੜ ਹੋ ਜਾਏ ਆ ਜਾਈ। ਹਾਂਜੀ, ਉਹ ਆ ਗਿਆ ਅਤੇ ਰਾਜਾ ਕਹਿੰਦਾ ਕੀ ਚਾਹੁੰਦਾ? ਕਹਿੰਦਾ ਮਹਾਰਾਜ ਇੰਨੇ ਤੰਗੜ ਤੂੜੀ ਦੇ ਦਿਓ। ਉਹ ਰਾਜਾ ਕਹਿੰਦਾ ਵੀ ਤੂੰ ਕੋਈ ਸ਼ਰਮ ਕਰਦਾ, ਅਤੇ ਰਾਜੇ ਕੋ ਆਇਆ ਵੀ ਤੂੜੀ ਕੀ ਮੰਗੀ ਆ ਹੈਂ, ਵੀ ਤੂੰ ਮੇਰੀ ਔਕਾਤ ਤਾਂ ਦੇਖਦਾ, ਫਿਰ ਰਾਜੇ ਤੋਂ ਮੰਗਣ ਲੱਗਾ। ਉਹ ਫੇਕ ਦੇ ਆ ਗਿਆ ਕਿ ਆਪਣੀ ਰਾਣੀ ਦੇ ਦਿਓ। ਕਹਿੰਦੇ ਤੂੰ ਹੁਣ ਆਪਣੀ ਔਕਾਤ ਦੇਖ ਵੀ ਤੂੰ ਰਾਣੀ ਦੇ ਯੋਗ ਹੈਗਾ, ਪਹਿਲਾਂ ਮੇਰੀ ਔਕਾਤ ਨਹੀਂ ਦੇਖੀ, ਹੁਣ ਤੂੰ ਆਪਣੀ ਔਕਾਤ ਨਹੀਂ ਦੇਖੀ। ਇਸ ਤਰ੍ਹਾਂ ਮੰਗਣ ਦਾ ਵੀ ਚੱਜ ਨਹੀਂ ਨਾ ਹੈ। ਇਸ ਕਰਕੇ ਕਹਿੰਦੇ ਅਸੀਂ ਆਪਣੇ ਆਪ ਚਾਹੁੰਦੇ ਮੈਨੂੰ ਆਹ ਹੋਵੇ, ਅਤੇ ਭਗਵਾਨ 'ਤੇ ਭਰੋਸਾ ਰੱਖੋ ਵੀ ਉਹ ਸਭ ਕੁਝ ਜਾਣਦੇ ਹੀ ਆ। ਭਗਵਾਨ ਤੋਂ ਵੱਧ ਕੇ ਸਾਡਾ ਸ਼ੁਭ ਚਿੰਤਨ ਕੌਣ ਹੋਏਗਾ? ਕੁਛ ਵਸਤੂਆਂ ਲਈ ਭਗਵਾਨ ਕੋਲ ਅਰਦਾਸ ਕਰਨਾ, ਮੰਨ ਲਓ ਕਿ ਉਹਨਾਂ ਦੇ ਮੰਗਲਮਈ ਖੁਸ਼ੀਮਈ ਵਿਧਾਨ ਉੱਪਰ ਅਵਿਸ਼ਵਾਸ ਕਰਨਾ। ਜਿਵੇਂ ਕਿ ਭਗਵਾਨ ਤੋਂ ਸਾਡੀ ਚਿੰਤਾ ਹੀ ਨਹੀਂ, ਉਹ ਸਾਨੂੰ ਸਾਡੀਆਂ ਜ਼ਰੂਰੀ ਚੀਜ਼ਾਂ ਦੇ ਹੀ ਨਹੀਂ ਰਹੇ ਹਨ। ਇਸ ਤਰ੍ਹਾਂ ਵਿਚਾਰ ਸਾਡੇ ਹਿਰਦੇ ਰਹਿੰਦਾ। ਤੀਸਰੇ ਇਸ ਤਰ੍ਹਾਂ ਮਨੁੱਖ ਵੀ ਹਨ ਜੋ ਭਗਵਾਨ ਨੂੰ ਕੇਵਲ ਭਗਵਾਨ ਲਈ ਹੀ ਪ੍ਰਾਰਥਨਾ ਕਰਦੇ ਹਨ। ਜਗ ਦੀ ਕਿਸੇ ਵਸਤੂ ਦੀ ਚਾਹ ਇੱਛਾ ਉਹਨਾਂ ਦੇ ਮਨ 'ਚ ਨਹੀਂ ਹੁੰਦੀ। ਉਹਨਾਂ ਦਾ ਦਿਲ ਸਹਿਜ ਹੀ ਭਗਵਾਨ ਨਾਲ ਜੁੜਿਆ ਹੁੰਦਾ ਹੈ, ਕਿਉਂਕਿ ਪ੍ਰਾਰਥਨਾ ਦੇ ਸਮੇਂ ਸਾਡੇ ਦਿਲ ਦਾ ਸੰਜੋਗ ਭਗਵਾਨ ਨਾਲ ਹੁੰਦਾ ਹੈ। ਪਰ ਕਿਸੇ ਹੀ ਭਾਵ ਨਾਲ ਪ੍ਰਭੂ ਦੇ ਵੱਲ ਮੁੜੋ, ਸਾਡਾ ਪਰਮ ਕਲਿਆਣ ਹੋਵੇਗਾ। ਸੱਚੀ ਭਗਤੀ ਦੇ ਭਾਵ ਨਾਲ ਉਹਨਾਂ ਵੱਲ ਮੁੜੀਏ। ਇੱਕ ਤਾਂ ਦੁੱਖ ਦੀ ਨਿਵਰਤੀ ਲਈ ਕਰਦੇ ਹੈ, ਇੱਕ ਅਰਥ ਮਾਇਆ ਲਈ ਹੈ, ਇੱਕ ਜਗਾਸੂ ਰੱਬ ਨੂੰ ਮਿਲਣ ਲਈ ਹੈ, ਇੱਕ ਜਿਹੜੇ ਮਿਲੇ ਹੋਏ ਆ ਭੇਦ ਹੋਏ ਆ ਗਿਆਨਵਾਨ ਸੰਸਾਰਕ ਦੁੱਖ ਨੂੰ ਦੂਰ ਕਰਨ ਦੇ ਲਈ ਜਾਂ ਕਿਸੇ ਸਾਰ ਵਸਤੂ ਨੂੰ ਪਾਉਣ ਦੀ ਇੱਛਾ ਨਾਲ ਉਹਨੂੰ ਆਪਣੇ ਮਨ 'ਚ ਸਥਾਨ ਦੇਣ ਲੱਗੇ। ਫਿਰ ਵੀ ਇੱਕ ਦਿਨ ਉਸ ਨਾਲ ਜ਼ਰੂਰ ਜਾ ਮਿਲਣਗੇ, ਇਸ ਵਿੱਚ ਕੋਈ ਸੰਦੇਹ ਨਹੀਂ। ਫਿਰ ਵੀ ਸੰਸਾਰ ਪਦਾਰਥ ਨੂੰ ਪ੍ਰਾਪਤ ਕਰਨਾ ਮੰਨੋ ਜਿਵੇਂ ਹੀਰੇ ਦੇ ਵੇਲੇ ਕੱਚ ਖਰੀਦਣਾ ਹੈ, ਅੰਮ੍ਰਿਤ ਦੇ ਵੇਲੇ ਜ਼ਹਿਰ ਦੀ ਪ੍ਰਾਰਥਨਾ ਕਰਨਾ ਹੈ। ਭਗਵਾਨ ਨੂੰ ਤਾਂ ਭਗਵਾਨ ਦੇ ਲਈ ਪ੍ਰਾਰਥਨਾ ਕਰੇ। ਹੁਣ ਜਿਵੇਂ ਬੇਬੇ ਨਾਨਕੀ ਜੀ ਸੀਗੇ, ਮਹਾਰਾਜ ਕੋਲ ਰਹੇ, ਉਹਨਾਂ ਦੇ ਸੰਤਾਨ ਨਹੀਂ ਸੀ, ਅਤੇ ਉਹਨਾਂ ਨੇ ਗੁਰੂ ਮਹਾਰਾਜ ਨੂੰ ਹੀ ਮੰਗਿਆ, ਕੋਈ ਚੀਜ਼ ਮੰਗੀ ਨਹੀਂ ਕਿ ਤੁਸੀਂ ਆ ਗਿਆ ਅਤੇ ਸਭ ਕੁਝ ਵਿੱਚ ਹੀ ਆ ਗਿਆ। ਅਤੇ ਅੱਜ ਜਿੰਨਾ ਜਸ ਮਹਾਰਾਜ ਦਾ ਉਹਨੇ ਬੇਬੇ ਨਾਨਕੀ ਜੀ ਦਾ ਹੋ ਰਿਹਾ ਹੈ। ਦਿਲ ਵਿੱਚ ਇਹ ਖਿਆਲ ਨਾ ਰੱਖੋ ਕਿ ਬਿਨਾਂ ਮੰਗਿਆਂ ਵੀ ਮਿਲ ਜਾਵੇਗਾ। ਤੁਲਸੀ ਜੀ ਨੇ ਕੇਵਲ 2 ਵਸਤੂਆਂ ਲਈ ਪ੍ਰਾਰਥਨਾ ਕੀਤੀ। ਮੈਂ ਤੁਹਾਡਾ ਭਜਨ ਹੁੰਦਾ ਰਹੇ, ਤੁਹਾਡੇ ਭਗਤਾਂ ਦਾ ਸੰਗ ਹੁੰਦਾ ਰਹੇ। ਇੱਕ ਤਾਂ ਤੁਹਾਡਾ ਭਜਨ ਹੁੰਦਾ ਰਹੇ, ਇੱਕ ਸੰਤਾਂ ਮਹਾਂਪੁਰਖ ਦੀ ਸੰਗਤ ਹੁੰਦੀ ਰਹੇ। ਕਿਉਂਕਿ ਸੰਸਾਰ ਨਦੀ ਤੋਂ ਤਰਨ ਦੇ ਲਈ ਨਿਸ਼ਚਿਤ ਬੇੜੀ ਭਗਵਾਨ ਦੇ ਚਰਨ ਹੀ ਹਨ। ਇਸ ਲਈ ਭਗਵਾਨ ਤੋਂ ਕੇਵਲ ਭਗਵਾਨ ਨੂੰ ਹੀ ਮੰਗੋ। ਤਾਂ ਇਸਤਰੀ ਪੁੱਤਰ ਮਾਨ ਦਾ ਨਾਸਮਨ ਪਦਾਰਥ ਨਾ ਮੰਗੋ। ਵਾਸਤਵ ਤਾਂ ਭਗਵਾਨ ਦੀ ਇੱਛਾ ਨੂੰ ਹੀ ਆਪਣੀ ਇੱਛਾ ਬਣਾਉਣ ਦੀ ਸਭ ਇੱਛਾ ਦੀ ਪੂਰਤੀ ਦਾ ਸਰਲ ਉਪਾਅ ਹੈ। ਜੇ ਪ੍ਰਾਰਥਨਾ ਕਰਨੀ ਹੈ ਤਾਂ ਸਿਰਫ ਇਹ ਪ੍ਰਾਰਥਨਾ ਕਰੋ, ਸਰਵੇ ਭਵੰਤੂ ਸੁਖੀਨः ਸਰਵੇ ਸੰਤੂ ਨਿਰਮਇਆ ਸਰਵੇ ਭਦਰਾਣि ਪਸ਼ਯन्तु ਕਸ਼ਚਿਤ ਦੁੱਖ ਪਾਪ ਵੇਦ। ਇਹਦਾ ਅਰਥ ਹੈ, ਹੇ ਨਾਥ ਸਾਰੇ ਸੁਖੀ ਹੋਣ, ਸਾਰੇ ਰੋਗ ਰਹਿਤ ਹੋਣ, ਸਾਰੇ ਕਲਿਆਣ ਨੂੰ ਪ੍ਰਾਪਤ ਹੋਣ, ਸਰਵੇ ਸੰਤੂ ਨਿਰਮਇਆ ਕਲਿਆਣ ਨੂੰ ਪ੍ਰਾਪਤ ਹੋਣ, ਸਰਵੇ ਭਦਰਾਣि ਸਾਰੇ ਜਿਹੜੇ ਹੈਗੇ ਕਲਿਆਣ ਨੂੰ ਪ੍ਰਾਪਤ ਹੋਣ, ਪਸ਼ਯन्तु ਕਸ਼ਚਿਤ ਦੁੱਖ ਭਾਗ ਭਵੇਤ ਦੁੱਖ ਦਾ ਭਾਗੀ ਕੋਈ ਨਾ ਹੋਵੇ। ਅਰਥਾਤ ਸਾਰਿਆਂ ਦੇ ਕਲਿਆਣ ਲਈ ਪ੍ਰਾਰਥਨਾ ਕਰੇ। ਪਰਮਾਤਮਾ ਨੂੰ ਅਸੀਂ ਆਪਣੀ ਇੱਛਾ ਦੇ ਅਨੁਸਾਰ ਪੁਕਾਰ ਕਰ ਸਕਦੇ ਹਾਂ, ਪਰ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਕੋਲੋਂ ਕੰਮ ਨਹੀਂ ਲੈ ਸਕਦੇ ਕਿ ਪਰਮਾਤਮਾ ਮੇਰੇ ਲਈ ਇਸ ਤਰ੍ਹਾਂ ਕਰੋ ਜਾਂ ਮੈਨੂੰ ਅਮੁੱਕ ਵਸਤੂ ਭੇਜ। ਪਰ ਪ੍ਰਾਰਥਨਾ ਤਾਂ ਸ਼ਰਨਾਗਤੀ ਲਈ ਕੀਤੀ ਜਾਂਦੀ ਹੈ ਕਿ ਮੈਂ ਆਪਣਾ ਜੀਵਨ ਪ੍ਰੇਮ ਪੂਰਵਕ ਪਰਮਾਤਮਾ ਨੂੰ ਸਮਰਪਿਤ ਕਰਦਾ ਹਾਂ। ਮੇਰੇ ਲਈ ਜੋ ਉੱਤਮ ਹੈ ਉਹੀ ਹੋਵੇਗਾ। ਭਗਵਾਨ ਪ੍ਰੇਮ ਸਰੂਪ ਹੈ ਅਤੇ ਮੰਗਲ ਰੂਪ ਹੈ। ਇਸ ਲਈ ਭਗਵਾਨ ਦੇ ਮੰਗਲਮਈ ਵਿਧਾਨ ਵਿੱਚ
ਆਤਮ ਸਮਰਪਣ, ਆਪਣਾ ਆਪ ਸੌਂਪਣਾ ਸਰਵੋਤਮ ਪ੍ਰਾਰਥਨਾ ਹੈ। ਯਾਚਨਾ ਕਰਨ ਦੀ ਜ਼ਰੂਰਤ ਨਹੀਂ। ਫਸਟ ਡਿਜ਼ਾਰਵ ਨੀਡ ਨੋ ਡਿਜ਼ਾਇਰ, ਪਹਿਲਾਂ ਯੋਗ ਬਣੋ, ਇੱਛਾ ਦੀ ਕੋਈ ਜ਼ਰੂਰਤ ਨਹੀਂ। ਪ੍ਰਾਰਥਨਾ ਕਰਨਾ ਤਾਂ ਉਸ ਮੰਗਲਮਈ ਭਗਵਾਨ ਤੋਂ ਆਪ ਵਿਸ਼ਵਾਸ ਕਰਨਾ ਹੈ। ਹਾਂਜੀ, ਇਸ ਲਈ ਸੱਚੀ ਪ੍ਰਾਰਥਨਾ ਤੇ ਹੈ, ਰਾਜੀ ਹੈ ਅਸੀਂ ਉਸ ਵਿੱਚ ਜਿਸ ਵਿੱਚ ਤੇਰੀ ਰਜਾ ਹੋ ਜਾਂ ਤੇਰਾ ਕੀਆ ਮਿੱਠਾ ਲਾਗੇ। ਮਹਾਰਾਜ ਤਤੀ ਤਵੀ ਤੇ ਬਹਿ ਕੇ ਵੀ ਉਹਦੇ ਭਾਣੇ ਨੂੰ ਮੰਨਿਆ, ਉਹਦੇ 'ਚ ਬਰਕਤਾਂ ਹੈਗੀਆਂ। ਇਸ ਵਾਸਤੇ ਗੁਰਸਿੱਖਾਂ ਦਾ ਤਾਂ ਇਹ ਭਾਈ ਮਨੀ ਸਿੰਘ ਸਾਹਿਬ ਲੈ ਲਓ, ਭਾਈ ਤਾਰੂ ਸਿੰਘ ਲੈ ਲਓ, ਬੋਤਾ ਸਿੰਘ ਗਰਜਾ ਸਿੰਘ ਲੈ ਲਓ, ਭਾਈ ਸਵੇਗ ਸਿੰਘ, ਸੁਭਾਸ਼ ਸਿੰਘ, ਮਤੀ ਦਾਸ, ਸਤੀ ਦਾਸ, ਜਿੰਨੇ ਵੀ ਗੁਰਸਿੱਖ ਹੋਏ ਆ। ਹਾਂਜੀ, ਗੁਰੂ ਸਾਹਿਬ ਤਾਂ ਚਲੋ ਆਪ ਪਰਮੇਸ਼ਰ ਆ, ਉਹਨਾਂ 'ਚ ਵੀ ਆਤਮਿਕ ਸ਼ਕਤੀਆਂ ਬੜੀਆਂ ਸੀਆਂ, ਪਰ ਨਹੀਂ, ਇਹ ਪ੍ਰਾਰਥਨਾ ਵੀ ਨਹੀਂ ਗੁਰਸਿੱਖ ਨੇ ਕੀਤੀ ਮੈਨੂੰ ਬਚਾ ਲਓ। ਹਾਂਜੀ, ਉਹ ਕਹਿੰਦੇ ਜਦ ਹੁਕਮ 'ਚ ਹੀ ਆ ਤੇ ਮਹਾਰਾਜ ਜਾਣਦੇ ਹੀ ਆ। ਇਹਨ ਦੁੱਖ 'ਚ ਵੀ ਨਹੀਂ ਇਹ ਕਿਹਾ ਕਿ ਮਹਾਰਾਜ ਸਾਡਾ ਦੁੱਖ ਕੱਟ ਦਿਓ, ਉਹ ਕਹਿੰਦੇ ਉਹਦੇ ਹੁਕਮ 'ਚ ਹੀ। ਇਸ ਕਰਕੇ ਗੁਰਸਿੱਖ ਦਾ ਦਰਜਾ ਬਹੁਤ ਵੱਡਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।